ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੰਜੂਆ ਸਾਹਿਬ, ਕੀ 1 ਸਾਲ ਹੋਰ ਪੰਜਾਬ ਦੇ ਚੀਫ ਸੈਕਟਰੀ ਵਜੋਂ ਕੰਮ ਕਰਨਗੇ? ਇਹ ਸਵਾਲ ਇਸ ਵੇਲੇ ਕਾਫੀ ਵੱਡਾ ਹੈ ਔਰ ਅਫਸਰਸ਼ਾਹੀ ਦੇ ਵਿੱਚ ਇਹ ਚਰਚਾ ਹੈ। ਦੂਜੇ ਬੰਨੇ ਵੇਣੂ ਪ੍ਰਸ਼ਾਦ, ਉਹਨਾਂ ਨੇ ਵੀ ਜੁਲਾਈ 31 ਨੂੰ ਰਿਟਾਇਰ ਹੋਣਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੀਅਪੁਆਇੰਟ ਕੀਤਾ ਜਾਊਗਾ। ਇਹ ਵੀ ਮਾਮਲੇ ਅੱਗੇ ਤੁਰ ਰਹੇ ਆ। ਹੁਣ ਕੀਤਾ ਜਾਊਗਾ, ਮੈਂ ਪ੍ਰਸ਼ਨ ਚਿੰਨ੍ਹ ਦੇ ਘੇਰਿਆਂ 'ਚ ਲਿਆ ਰਿਹਾ। ਇਹਦੇ ਨਾਲ ਦੂਜੀ ਖਬਰ ਲਵਾਂਗੇ ਸੁਪਰੀਮ ਕੋਰਟ ਤੋਂ। ਬਾਦਲਾਂ ਦੇ ਮਾਮਲੇ ਦੇ ਵਿੱਚ 2 ਵਿਧਾਨ ਰੱਖਣ ਦਾ ਮਾਮਲਾ ਜਿਹੜਾ ਹੁਸ਼ਿਆਰਪੁਰ ਦੀ ਕੋਰਟ 'ਚ ਚੱਲ ਰਿਹਾ, ਉਹਦੇ ਸੰਬੰਧੀ ਸੁਪਰੀਮ ਕੋਰਟ ਫੈਸਲਾ ਰਿਜ਼ਰਵ ਰੱਖ ਲੈਂਦੀ ਹੈ। ਲੇਕਿਨ ਟਿੱਪਣੀਆਂ ਬੜੀਆਂ ਤਰਕਸੰਗਤ ਨੇ, ਟਿੱਪਣੀਆਂ ਬੜੀਆਂ ਅਹਿਮ ਨੇ। ਤੁਹਾਡੇ ਨਾਲ ਸਾਂਝ ਪਾਉਂਦੇ ਆ। ਲੋ, ਸਿਆਸੀ ਲੋਕਾਂ ਨੂੰ ਇੱਕ ਹੋਰ ਕੰਮ ਮਿਲ ਗਿਆ ਜੇ, ਇੱਕ ਹੋਰ ਟਾਸਕ। ਬਣਾਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ। ਜਸਟਿਸ ਰਿਟਾਇਰਡ SS ਸਾਰੋਂ, ਜਿਹੜੇ ਕਿ ਗੁਰਦੁਆਰਾ ਚੋਣ ਕਮਿਸ਼ਨਰ ਨੇ, ਗੁਰਦੁਆਰਾ ਚੋਣਾਂ ਕਰਾਉਣ ਲਈ ਕੇਂਦਰ ਵੱਲੋਂ ਨਾਮਜ਼ਦ ਨੇ, ਨੋਮੀਨੇਟ ਕੀਤੇ ਗਏ ਨੇ, ਅਪੁਆਇੰਟ ਕੀਤੇ ਗਏ ਨੇ। ਉਹਨਾਂ ਅੱਜ ਪੱਤਰ ਸਾਰੀਆਂ ਸਰਕਾਰਾਂ ਨੂੰ ਤੋਰ ਦੇਣੇ ਆ। ਅੱਜ ਪੰਜਾਬ ਦੇ ਗ੍ਰਹਿ ਵਿਭਾਗ ਨੂੰ, ਚੀਫ ਸੈਕਟਰੀ ਨੂੰ, ਯੂਟੀ ਤੇ ਹਿਮਾਚਲ ਨੂੰ, ਹਰਿਆਣਾ ਤਾਂ ਹੁਣ ਵੱਖ ਹੋਇਆ। ਉਂਝ ਵੈਸੇ ਸਾਰੋਂ ਸਾਹਿਬ ਖਫਾ ਲੱਗਦੇ ਆ। ਉਹਨਾਂ ਦੇ ਨੇੜਲੇ ਦੱਸਦੇ ਨੇ ਕਿ ਸਾਰੋਂ ਸਾਹਿਬ ਦੀਆਂ ਚਿੱਠੀਆਂ ਨੂੰ ਪੰਜਾਬ ਸਰਕਾਰ ਹੋਰ ਹੀ ਜਵਾਬਾਂ ਨਾਲ ਵਾਪਸ ਭੇਜਦੀ। ਬਹੁਤੀ ਵਾਰੀ ਚਿੱਠੀਆਂ ਨੂੰ ਫਾਰਵਰਡ ਕਰ ਦਿੰਦੀ ਆ ਕੇਂਦਰ ਲਈ। ਸਵਾਲਾਂ ਦੇ ਜਵਾਬ ਕੀ ਦੇਣੇ ਆ, ਲਟਕਾਉਣ ਦਾ ਮਾਮਲਾ ਅੱਗੇ ਵੱਧਦਾ। ਉਹਨਾਂ ਨੂੰ ਸਹੂਲਤਾਂ ਦੇ ਨਜ਼ਰੀਏ ਤੋਂ ਵੀ ਐਵੇਂ ਬਸ ਨਾਂ ਦਾ ਹੀ ਆ ਸਾਰਾ ਕੁਝ। ਸਰਕਾਰ ਨੂੰ ਥੋੜਾ ਜਿਹਾ ਤਰੱਦਦ ਕਰਨ ਦੀ ਲੋੜ ਆ। ਤੇਜ਼ੀ ਨਾਲ ਆਉਣਾ। ਹੁਣ ਆਪਾਂ ਵਿਜੀਲੈਂਸ ਦੇ ਵਿੱਚ ਕੀ ਹਰਕਤ ਆ ਉਹਦੇ ਉੱਤੇ ਗੱਲ ਕਰਾਂਗੇ। ਚੰਨੀ ਦਾ ਮਾਮਲਾ ਵੀ ਆ, ਕਿੱਕੀ ਢਿੱਲੋਂ ਦਾ ਹੈ। ਭਰਤਿੰਦਰ ਸਿੰਘ ਚਹਿਲ ਤੇ ਸਿੰਗਲਾ ਖਿਲਾਫ CBI ਰੈੱਡ ਕਾਰਨਰ ਨੋਟਿਸ ਜਾਰੀ ਕਰਦੀ ਆ। ਇਹ ਸਵਾਲ ਨੇ। ਔਰ ਇਹਦੇ ਨਾਲ ਅੱਜ ਫਰੀਦਕੋਟ ਦੇ ਵਿੱਚ SIT ਵੱਲੋਂ ਪੇਸ਼ ਚਲਾਨ ਦੇ ਉੱਤੇ ਕੋਟਕਪੂਰਾ ਮਾਮਲੇ 'ਚ, ਗੋਲੀਕਾਂਡ ਦੇ ਮਾਮਲੇ 'ਚ ਅੱਜ ਸੁਣਵਾਈ ਹੋਊਗੀ। ਇੱਕ ਪੁਲਿਸ ਅਫਸਰ ਨੂੰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਆ, ਅਗਾਊਂ ਜ਼ਮਾਨਤ। ਲੇਕਿਨ ਅੱਜ ਕੀ ਸਾਰੇ ਲੋਕ, ਜਿਨ੍ਹਾਂ 'ਚ ਬਾਦਲਾਂ ਤੋਂ ਲੈ ਕੇ ਸਮੇਤ ਸੈਣੀ ਤੋਂ ਲੈ ਕੇ ਬਾਕੀ ਸਾਰੇ ਲੋਕ ਕੀ ਉੱਥੇ ਹਾਜ਼ਰ ਹੋਣਗੇ? ਜਲੰਧਰ ਦੀ ਚੋਣ ਦਾ ਜ਼ਿਕਰ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਚੱਲਦੇ ਹਾਂ ਆਪਾਂ ਇੰਦਰਪ੍ਰੀਤ ਜੀ ਵੱਲ। ਪੰਜਾਬ ਦੇ ਚੀਫ ਸੈਕਟਰੀ ਦਾ ਕਾਰਜਕਾਲ 1 ਸਾਲ ਵਧਾਉਣ ਲਈ ਕੇਂਦਰ ਨੂੰ ਪੱਤਰ ਲਿਖਤਾ ਗਿਆ। ਖੋਲੋ ਕੁੰਡੀ, ਸਾਡੀ ਗੱਲ ਨੂੰ 2 ਦਿਨਾਂ 'ਚ ਹੀ ਇੰਨੀ ਸੀਰੀਅਸ ਲੈ ਜਾਊਗੀ ਸਰਕਾਰ। ਅਜੇ ਤਾਂ 30 ਜੂਨ ਨੂੰ ਰਿਟਾਇਰ ਹੋਣਾ ਜੰਜੂਆ ਸਾਹਿਬ ਨੇ। ਕਦੇ ਕਈ ਗੱਲ ਸੀਰੀਅਸਲੀ ਅਮਲ 'ਚ ਆ ਜਾਂਦੀ ਆ। ਕੀ ਕਹਿੰਦੇ ਰੰਧਾਵਾ ਸਾਹਿਬ, ਸਰਕਾਰ ਨੇ ਇੱਕ ਲੈਟਰ ਲਿਖਿਆ ਹੈ ਮੁੱਖ ਸਚਿਵ ਨੂੰ, ਜਿਹੜਾ ਆਪਣੇ ਹੈਗੇ ਆ VK ਜੰਜੂਆ, ਉਹਨਾਂ ਨੂੰ 1 ਸਾਲ ਦਾ ਵਾਅਦਾ ਦਿੱਤਾ ਜਾਏ। ਦੇਖੋ, ਜੇ ਅਗਰ ਇਹ ਵਾਅਦਾ ਮਿਲ ਜਾਂਦਾ ਤਾਂ ਉਹ ਦੂਸਰੇ ਚੀਫ ਸੈਕਟਰੀ ਹੋਣਗੇ ਜਿਨ੍ਹਾਂ ਨੂੰ ਇਹ ਵਾਅਦਾ ਮਿਲੂਗਾ। ਔਰ ਇਸ ਤੋਂ ਪਹਿਲਾਂ YS ਰਤੜਾ ਨੂੰ 2 ਮਹੀਨਿਆਂ ਲਈ ਵਾਅਦਾ ਦਿੱਤਾ ਸੀਗਾ। ਪਰ ਇਹਦੇ 'ਚ ਜਿਹੜੀ 2-3 ਨੁਕਤੇ ਅਹਿਮ ਨੇ ਜਿਸ ਤੇ ਮਤਲਬ ਗੱਲ ਕਰਨੀ ਬਣਦੀ। ਔਰ ਕੱਲ ਅਫਸਰਸ਼ਾਹੀ ਦੇ ਵਿੱਚ ਵੀ ਇਹ ਬੜਾ ਚੱਲ ਰਿਹਾ ਸੀਗਾ। ਉਹ ਕਹਿੰਦੇ ਆ ਕਿ ਵਾਅਦਾ ਜਿਹੜਾ ਹੁੰਦਾ ਹੈ ਉਹ ਪਿੱਛੇ ਜੇ ਤਾਂ ਪ੍ਰਧਾਨ ਮੰਤਰੀ ਨੇ ਇੱਕੋ ਕਰਕੇ ਦਿੱਤਾ ਸੀ ਵੀ ਕਿਸੇ ਨੂੰ ਕੋਈ ਵਾਅਦਾ ਜਾਂ ਨਹੀਂ ਦੇਣਾ ਹੈਗਾ। ਇਹ ਜਿਹੜੇ ਰਿਟਾਇਰ ਸਮਝੋ ਰਿਟਾਇਰ। ਪਰ ਫਿਰ ਉਹਨਾਂ ਨੇ ਖੁਦ ਨਹੀਂ ਆਪਣੇ ਉਸ ਤੇ ਸ਼ੁਰੂ ਕਰਤਾ ਤੇ ਫਿਰ ਮੱਧ ਪ੍ਰਦੇਸ਼ ਦੇ UP 'ਚ ਕਈਆਂ ਨੂੰ ਮਿਲੇ ਵਾਅਦੇ। ਤਾਂ ਉਸੇ ਆੜ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਵੀ ਆਪਣੀ ਚਿੱਠੀ ਭੇਜਤੀ ਹੈ। ਮੈਨੂੰ ਲੱਗਦਾ ਕਿ ਟੋਟਲ ਪੋਲੀਟੀਕਲ ਹੋਊਗਾ। ਜੇ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨਾਂ ਦਿਆਲੂਤਾ ਦਿਖਾਈ ਜਾਏਗੀ ਕਿ ਨਹੀਂ, ਇਹ ਇੱਕ ਸਵਾਲ ਹੈ। ਪਰ ਇੱਕ ਹੁਣ ਪਿੱਛੇ ਜੇ ਚੇਂਜਸ ਹੋਈਆਂ ਨੇ ਮਤਲਬ ਰੂਲਸ ਦੇ ਵਿੱਚ, ਉਹਦੇ 'ਚ ਇਹ ਕਿਹਾ ਹੈ ਕਿ ਹਰ ਇੱਕ ਸੈਕਟਰੀ ਨੂੰ, ਜਿਹੜਾ ਗਵਰਨਮੈਂਟ ਆਫ ਇੰਡੀਆ 'ਚ ਹੈ, ਮਤਲਬ ਸਟੇਟਾਂ 'ਚ ਨਹੀਂ, ਗਵਰਨਮੈਂਟ ਆਫ ਇੰਡੀਆ 'ਚ ਜਿਹੜੇ ਡਿਪਾਰਟਮੈਂਟਾਂ ਦੇ ਸੈਕਟਰੀ ਨੇ, ਮੇਨ ਸੈਕਟਰੀ, ਉਹਨਾਂ ਨੂੰ ਇੱਕ ਨਿਸ਼ਚਿਤ ਕਾਰਜਕਾਲ ਜ਼ਰੂਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਉਹ ਆਪਣੀ ਪਰਫਾਰਮੈਂਸ ਨੂੰ ਤਾਂ ਹੀ ਸਹੀ ਸਾਬਿਤ ਕਰ ਸਕਦੇ ਆ। ਤਾਂ ਉਹਦੇ ਵਿੱਚ ਉਹਦੀ ਆੜ ਦੇ ਵਿੱਚ ਕੁਝ ਬੰਦਿਆਂ ਨੂੰ ਕਾਰਜਕਾਲ ਉਹਨਾਂ ਨੂੰ ਵਾਧਾ ਹੋਇਆ। ਇਸੇ ਆੜ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਇਹਨਾਂ ਦਾ ਵੀ ਟੈਨਿਓਰ ਕਿਉਂਕਿ ਬਹੁਤਾ ਲੰਬਾ ਨਹੀਂ ਹੈ, ਅਜੇ 9 ਮਹੀਨੇ ਹੀ ਹੋਇਆ ਤੇ ਸ਼ਾਇਦ 2 ਸਾਲ ਦੀ ਇੱਕ ਜਿਹੜੀ ਬਣੀ ਹੋਈ ਹੈ ਕਿ 2 ਸਾਲ ਤਾਂ ਸਾਰੇ ਸੈਕਟਰੀਆਂ ਨੂੰ ਦਿਆ ਕਰੋ। ਉਸ ਦੇ ਵਿੱਚ ਇਹਨਾਂ ਨੂੰ ਵੀ ਫਾਇਦਾ ਮਿਲ ਜੇ VK ਜੰਜੂਆ ਨੂੰ, ਤਾਂ ਇਹ ਦੇਖਣ ਵਾਲੀ ਗੱਲ ਹੋਏਗੀ। ਤੇ ਤੀਸਰਾ ਇੱਕ ਜਿਹੜਾ ਸੀਗਾ ਉਹ ਇਹ ਚੱਲ ਰਹੀ ਹੈ ਵੀ ਇਹ ਵਾਅਦੇ ਉਦੋਂ ਮਿਲਦੇ ਆ, ਖਾਸ ਤੌਰ ਤੇ ਚੀਫ ਸੈਕਟਰੀ ਔਰ DGP ਨੂੰ। ਇਹ ਉਦੋਂ ਮਿਲਦੇ ਆ ਜਦੋਂ ਕੋਈ ਵਿਕਟ ਸਥਿਤੀ ਹੋਵੇ, ਵੀ ਉਹਨਾਂ ਤੋਂ ਬਿਨਾਂ ਚੱਲ ਨਾ ਰਿਹਾ ਹੋਵੇ ਕੰਮ, ਫਿਰ ਦਿੱਤਾ ਜਾਂਦਾ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਰਤੜਾ ਸਾਹਿਬ ਦੀ ਉਦਾਹਰਣ ਦਿੱਤੀ ਹੈ
ਰਤੜਾ ਸਾਹਿਬ ਵੇਲੇ ਇਹ ਇੱਕ ਦਿੱਕਤ ਆ ਗਈ ਸੀ ਕਿ ਨਵੀਂ ਸਰਕਾਰ ਆਈ ਸੀ ਉਦੋਂ, ਤੇ 2003 ਦੇ ਵਿੱਚ ਉਹਨਾਂ ਦੀ ਟਰਮ 2003 ਚ ਖਤਮ ਹੋ ਰਹੀ ਸੀ ਜਨਵਰੀ ਮਹੀਨੇ ਚ, ਤੇ ਬਿਲਕੁਲ ਸਿਰ ਦੇ ਉੱਪਰ ਬਜਟ ਪਿਆ ਸੀ। ਤਾਂ ਸਰਕਾਰ ਨੇ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਸੀ ਕਿ ਸਾਨੂੰ ਬਜਟ ਕਢਾ ਲੈਣ ਦਿਓ, ਇਸ ਕਰਕੇ ਵੀਕੇ ਵਾਈਐਸ ਰਤੜਾ ਨੂੰ ਦਿੱਤਾ ਜਾਣਾ ਚਾਹੀਦਾ ਹੈ। ਤਾਂ ਉਹਨਾਂ ਨੂੰ 2 ਮਹੀਨੇ ਦਾ ਮਿਲਿਆ ਸੀ। ਪੰਜਾਬ ਦੇ ਵਿੱਚ ਹੋਰ ਇਸ ਤਰ੍ਹਾਂ ਦਾ ਕਦੇ ਕੋਈ ਮਤਲਬ ਇਸ ਤਰ੍ਹਾਂ ਦੀ ਪਰੰਪਰਾ ਨਹੀਂ ਹੈ ਵੀ ਕਿਸੇ ਨੂੰ ਮਿਲਿਆ ਹੋਵੇ। ਤੀਸਰੀ ਗੱਲ ਇਹਦੇ ਚ ਇਹ ਵੀ, ਇੱਕ ਚੌਥੀ ਗੱਲ ਇਹਦੇ ਚ ਇਹ ਵੀ ਹੈ ਕਿ ਇਹ 2 ਜਿਹੜੇ ਮਤਲਬ ਪ੍ਰਮੁੱਖ ਮਤਲਬ ਇਸ ਤਰ੍ਹਾਂ ਅਫਸਰ ਨੇ, ਇੱਕ ਤਾਂ ਵੀਕੇ ਜੰਜੂਆ ਜਿਹੜੇ ਚੀਫ ਸੈਕਟਰੀ ਨੇ, ਔਰ ਇੱਕ ਇਹ ਵੇਣੂ ਪ੍ਰਸਾਦ ਜੋ ਮੁੱਖ ਮੰਤਰੀ ਦੇ ਐਡੀਸ਼ਨਲ ਚੀਫ ਸੈਕਟਰੀ ਨੇ, ਉਹਨਾਂ ਨੂੰ ਰਿਟੇਨ ਕਰਨਾ ਚਾਹੁੰਦੀ ਹੈ ਸਰਕਾਰ, ਕਿਸੇ ਨਾ ਕਿਸੇ ਤਰ੍ਹਾਂ ਵੀ ਬਣਾਏ ਰੱਖਣਾ ਚਾਹੁੰਦੀ ਹੈ। ਇਸ ਕਰਕੇ ਵੀ ਇਹ ਕਾਰਜਕਾਲ ਦਾ ਵਾਧਾ ਜਿਹੜਾ ਹੈਗਾ ਉਹ ਕਿਸੇ ਰੂਪ ਚ ਲੈਣਾ ਚਾਹੁੰਦੀ ਹੈ, ਤਾਂ ਕਿ ਉਹ ਸਰਕਾਰ ਨਾਲ ਫਿਰ ਤੋਂ ਜੁੜੇ ਰਹਿਣ। ਕਿਉਂਕਿ ਬਹੁਤ ਜਿਹੜੇ ਅਹਿਮ ਇਸ਼ੂਜ਼ ਨੇ ਤੁਸੀਂ ਦੇਖਿਆ, ਜਿਹੜੇ ਸਰਕਾਰ ਦੇ ਸਾਹਮਣੇ ਖਾਸ ਤੌਰ ਤੇ ਜਿਹੜਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਸੀ, ਜਾਂ ਹੋਰ ਇਸ ਤਰ੍ਹਾਂ ਦੇ ਕਈ ਇਸ਼ੂ ਸੀਗੇ ਜਿਹੜੇ ਇਹਨਾਂ ਨੇ ਆ ਕੇ ਠੀਕ ਕੀਤੇ ਨੇ। ਐਟਲੀਸਟ ਉਹ ਹੁਣ ਤੁਸੀਂ ਦੇਖੋ ਹੌਲੀ ਹੌਲੀ ਸਰਕਾਰ ਹੁਣ ਤੱਕ 8-9 ਹਜ਼ਾਰ ਬੰਦੇ ਨੂੰ ਪੱਕਾ ਕਰ ਚੁੱਕੀ ਹੈ, 24-25 ਹਜ਼ਾਰ ਹੈ। ਉਹਨਾਂ ਨੇ ਇੱਕ ਜਿਹੜਾ ਮਿਡ ਵੇਜ ਕੱਢਿਆ ਹੈ ਵੀ ਐਕਟ ਵੀ ਲਿਆਉਣ ਦੀ ਲੋੜ ਨਹੀਂ, ਤੇ ਇੱਕ ਡਾਈਂਗ ਕਾਡਰ ਬਣਾ ਕੇ ਇਹਨਾਂ ਸਾਰਿਆਂ ਨੂੰ ਪੱਕਾ ਵੀ ਕਰ ਦੋ, ਤੇ ਹੌਲੀ ਹੌਲੀ ਕਰਦੇ ਹੋਏ ਆਪਣੇ ਆਪ ਹੀ ਇਹ ਰਿਟਾਇਰ ਹੋ ਜਾਣਗੇ। ਇੱਕ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਨਹੀਂ ਹੋਇਆ। 2-3 ਵਾਰੀ ਐਕਟ ਲੈ ਕੇ ਆਏ, ਦੋਨੋਂ ਵਾਰੀ ਹਾਈ ਕੋਰਟਾਂ ਨੇ ਰਿਜੈਕਟ ਕਰਤਾ। ਇਹਦੇ ਵਿੱਚ ਇਹ ਸਰਕਾਰ ਦੀ ਇੱਕ ਵੱਡੀ ਉਹ ਅਚੀਵਮੈਂਟ, ਜਾਂ ਤਾਂ ਤੁਸੀਂ ਕਹੋਗੇ ਕਿ ਵੀਕੇ ਜੰਜੂਆ ਹੋਰਾਂ ਦੀ ਵੱਡੀ ਅਚੀਵਮੈਂਟ ਹੈ ਕਿ ਉਹਨਾਂ ਨੇ ਇਹ ਸੌਟ ਆਊਟ ਕਰਵਾਤਾ, ਮਤਲਬ ਸਰਕਾਰ ਨੂੰ ਇੱਕ ਮਿਡ ਵੇਜ ਆ ਦਿਖਾਤਾ ਵੀ ਆ ਹੋ ਸਕਦਾ ਹੈ। ਸੋ ਮੈਨੂੰ ਲੱਗਦਾ ਕਿ ਸਰਕਾਰ ਉਹਨੂੰ ਰੱਖਣਾ ਚਾਹੇਗੀ। ਇਸੇ ਤਰ੍ਹਾਂ ਹੀ ਇਹ ਵੇਣੂ ਪ੍ਰਸਾਦ ਹੈਗੇ ਹੈ, ਉਹਨਾਂ ਲਈ ਉਹ ਵੀ ਰਿਟਾਇਰ ਹੋ ਰਹੇ ਨੇ 31 ਜੁਲਾਈ ਨੂੰ, 1 ਮਹੀਨੇ ਬਾਅਦ ਇਹਨਾਂ ਦੀ ਜਿਹੜੀ ਚੀਫ ਸੈਕਟਰੀ ਸਾਹਿਬ ਦੀ ਰਿਟਾਇਰਮੈਂਟ ਹੈ, ਉਸ ਤੋਂ 1 ਮਹੀਨੇ ਬਾਅਦ ਉਹਨਾਂ ਨੇ ਵੀ ਰਿਟਾਇਰਮੈਂਟ ਹੋਣਾ ਹੈ। ਤਾਂ ਉਹਨਾਂ ਨੂੰ ਵੀ ਸੋਚਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੁਬਾਰਾ ਫਿਰ ਤੋਂ ਰੱਖਿਆ ਜਾਏ। ਤੇ ਚੀਫ ਪ੍ਰਿੰਸੀਪਲ ਸੈਕਟਰੀ ਟੂ ਸੀਐਮ, ਇੱਕ ਪੋਸਟ ਜਿਹੜੀ ਪਿਛਲੀ ਸਰਕਾਰ ਵੇਲੇ ਸੁਰੇਸ਼ ਕੁਮਾਰ ਜੀ ਲਈ ਕੀਤੀ ਸੀ, ਤਾਂ ਉਹ ਦੁਬਾਰਾ ਕ੍ਰੀਏਟ ਕਰ ਲਈ ਜਾਏ। ਇਹਨੂੰ ਲੈ ਕੇ ਹਜੇ ਥੋੜੀ ਜਿਹੀ ਦੁਵਿਧਾ ਹੈ ਕਿ ਉਹ ਕੀਤੀ ਜਾਏ ਕਿ ਨਹੀਂ, ਕਿਉਂਕਿ ਉਹ ਪਿਛਲੇ 5 ਸਾਲ ਹੀ ਉਹ ਅਦਾਲਤੀ ਚੱਕਰ 'ਚ ਫਸੀ ਰਹੀ ਪੋਸਟ। ਹਾਲਾਂਕਿ ਲਾਸਟ ਦੇ ਵਿੱਚ ਫੈਸਲਾ ਸੁਰੇਸ਼ ਕੁਮਾਰ ਦੇ ਹੱਕ 'ਚ ਹੀ ਹੋ ਗਿਆ, ਲੇਕਿਨ ਫਿਰ ਵੀ ਇੱਕ ਸਰਕਾਰ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਨਹੀਂ ਚਾਹੁੰਦੀ ਜਿਸ ਤੋਂ ਇਹ ਹੋਵੇ ਕਿ ਯਾਰ ਇਹ ਫਿਰ ਤੋਂ ਲਟਕਣਾ ਵਾਲਾ ਕੰਮ ਹੈ ਅਦਾਲਤਾਂ ਦੇ ਵਿੱਚ। ਸੋ ਇਹ 2 ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਸਰਕਾਰ ਆਪਣੇ ਨਾਲ ਹੀ ਰੱਖਣਾ ਚਾਹੁੰਦੀ ਹੈ ਫਿਲਹਾਲ। ਸੁਰੇਸ਼ ਕੁਮਾਰ ਵੇਲੇ ਤਾਂ ਨਾਲ ਦੇ ਹੀ ਬੰਦਿਆਂ ਨੇ ਕਿਸੇ ਬੰਦੇ ਤੋਂ ਇਧਰੋਂ ਉਧਰੋਂ ਕਰਾ ਕੇ ਕੇਸ ਕਰਾਇਆ ਹੋਇਆ ਸੀ। ਅੰਦਰ ਦੀ ਲੜਾਈ ਬੜੀ ਸੀ। ਇੱਕ ਪਾਸੇ ਉਦੋਂ ਦੇ ਡੀਜੀਪੀ, ਦੂਜੇ ਬੰਨੇ ਉਦੋਂ ਦੇ ਅਤੁਲ ਨੰਦਾ ਸਾਹਿਬ ਜਿਹੜੇ ਏਜੀ ਸੀਗੇ, ਵੱਖ-ਵੱਖ ਗਰੁੱਪ ਬਣੇ ਹੋਏ ਸੀ, ਇੱਕ ਦੂਜੇ ਨੂੰ ਵੇਖਿਆ ਨਹੀਂ ਸੀ ਕੋਈ ਸਿਖਾਉਂਦੇ। ਉਹ ਲੜਾਈ ਚੱਲਦੀ ਰਹੀ। ਲੜਾਈ ਬਾਹਰ ਦਿਸਦੀ ਤੇ ਹੋਰ ਸੀ, ਅੰਦਰ ਦੀ ਲੜਾਈ ਸੀ ਵੀ ਕਿਸੇ ਤਰੀਕੇ ਨਾਲ ਸੁਰੇਸ਼ ਕੁਮਾਰ ਨੂੰ ਪਾਸੇ ਕਰੋ। ਇਹ ਹਰਡਲ ਆ ਵਿੱਚ। ਇਹ ਕੌਣ ਹੁੰਦਾ ਵੀ ਅਸੀਂ ਮੁੱਖ ਮੰਤਰੀ ਨਾਲ ਸਿੱਧੇ ਹੋਣਾ ਚਾਹੁੰਦੇ ਆ, ਪਰ ਚੱਲੀ ਨਹੀਂ ਦਾਲ। ਪਰ 5 ਸਾਲ ਲੰਘੇ ਵੀ ਨਹੀਂ। ਚਲੋ ਅੱਗੇ ਚੱਲਦੇ ਆ। ਭਾਸਕਰ ਸਾਹਿਬ ਨੇ ਇੱਥੇ ਟਿੱਪਣੀ ਕਰਨੀ ਹੈ, ਮੈਨੂੰ ਪਤਾ ਜੀ। ਬਿਲਕੁਲ ਬਿਲਕੁਲ। ਇਹ ਗੱਲ ਜਿਹੜੀ ਚੱਲ ਰਹੀ ਹੈ ਕਿ 2 ਵੱਡੇ ਅਹੁਦੇ, 2 ਨਹੀਂ ਬੇਸਿਕਲੀ ਇਹ 3 ਵੱਡੇ ਅਹੁਦੇ ਨੇ। ਇੱਕ ਅਹੁਦੇ ਦੇ ਉੱਤੇ ਤੇ ਉਹ ਚਿੱਠੀ ਦੀ ਗੱਲ ਚੱਲ ਰਹੀ ਹੈ ਕਿ ਚੀਫ ਸੈਕਟਰੀ ਸਾਹਿਬ ਨੂੰ 1 ਸਾਲ ਦੀ ਐਕਸਟੈਂਸ਼ਨ ਜਾਂ ਕਿੰਨੀ ਵੀ ਟਾਈਮ ਦੀ ਐਕਸਟੈਂਸ਼ਨ ਮਿਲ ਸਕਦੀ ਹੈ। ਜਿਸ ਤਰ੍ਹਾਂ ਇੰਦਰਪ੍ਰੀਤ ਉਹਨਾਂ ਨੇ ਦੱਸਿਆ, ਅੱਜ ਤੋਂ ਪਹਿਲੇ ਸਿਰਫ ਵਾਈਐਸ ਰਤੜਾ ਜਿਹੜੇ ਚੀਫ ਸੈਕਟਰੀ ਸੀਗੇ ਉਹਨਾਂ ਨੂੰ 2 ਮਹੀਨੇ ਦੀ ਐਕਸਟੈਂਸ਼ਨ ਮਿਲੀ ਸੀ, ਉਹ ਵੀ ਬਜਟ ਕਰਕੇ। ਉਹ ਇੱਕ ਸੋਲਿਡ ਰੀਜ਼ਨ ਸੀਗਾ। ਹੁਣ ਇਹਨਾਂ ਦੀ ਐਕਸਟੈਂਸ਼ਨ ਦੇ ਪਿੱਛੇ ਸੋਲਿਡ ਰੀਜ਼ਨ ਕੀ ਦਿੱਤਾ ਜਾਂਦਾ ਹੈ? ਇਹ ਤੇ ਗੱਲ ਪਾਕ ਸਾਫ਼ ਹੈਗੀ ਹੈ ਕਿ ਜਿਹੜੇ ਦਿੱਲੀ ਵਾਲੇ ਜਾਣਗੇ ਉਹ ਵਿਅਕਤੀ, ਉਹ ਅਫਸਰ ਇਸ ਸੀਟ ਤੇ ਰਹਿਣਗੇ। ਹੁਣ ਦੂਜੇ ਆਈਏਐਸ ਆਫੀਸਰ ਜਿਹੜੇ ਐਲੀਜੀਬਲ ਨੇ ਚੀਫ ਸੈਕਟਰੀ ਦੀ ਪੋਸਟ ਦੇ ਵਾਸਤੇ, ਉਹਨਾਂ ਦਾ ਰੁਖ ਕਿੱਦਾਂ ਦਾ ਹੋਏਗਾ, ਇਹ ਵੀ ਗੱਲ ਦੇਖਣ ਵਾਲੀ ਹੈ। ਤੀਜੀ ਪੋਸਟ ਦੀ ਜਿਹੜੀ ਮੈਂ ਗੱਲ ਕਰ ਰਿਹਾ, ਡੀਜੀਪੀ ਗੌਰਵ ਯਾਦਵ, ਉਹਨਾਂ ਦੀ ਜਿਹੜੇ ਐਕਟਿੰਗ ਡੀਜੀਪੀ ਹਜੇ ਤੱਕ ਹੈਗੇ ਨੇ, ਉਹਨਾਂ ਦੇ ਵਾਸਤੇ ਕੇਂਦਰ ਸਰਕਾਰ ਨੇ ਚਿੱਠੀ ਲਿਖਤੀ ਹੈ ਸਰਕਾਰ ਨੂੰ, ਪੈਨਲ ਭੇਜੋ। 6 ਮਹੀਨੇ ਤੋਂ ਵੱਧ ਹੋ ਗਏ, ਹੁਣ ਤੇ 9 ਮਹੀਨੇ ਹੋਣ ਵਾਲੇ ਨੇ, ਤੇ 9 ਮਹੀਨੇ ਬਾਅਦ ਵੀ ਅਗਰ ਸੂਬੇ ਦੀ ਸਰਕਾਰ ਪੈਨਲ ਭੇਜਣ ਦੇ ਵਿੱਚ ਵਿਫਲ ਹੈਗੀ ਹੈ ਤਾਂ ਕੋਈ ਨਾ ਕੋਈ ਤਾਂ ਕਾਰਨ ਹੋਏਗਾ। ਪਰ ਨਾਲ ਦੇ ਨਾਲ ਜਿਹੜੇ ਹੋਰ ਸੈਕੰਡ ਸੀਨੀਅਰ ਮੋਸਟ ਆਫੀਸਰ ਹੈਗੇ ਨੇ, ਉਹਨਾਂ ਦੇ ਵਿੱਚ ਜਿਹੜਾ ਰੋਸ਼ ਪ੍ਰਗਟ ਹੁੰਦਾ, ਉਹਦਾ ਬਿਊਰੋਕ੍ਰੇਸੀ ਦੇ ਕੰਮ ਕਰਨ ਦੇ ਉੱਤੇ ਫਰਕ ਤੇ ਪੈਂਦਾ ਹੈ। ਸਰਕਾਰ ਉਸ ਚੀਜ਼ ਨੂੰ ਕਿੱਦਾਂ ਕੰਟਰੋਲ ਕਰਦੀ ਹੈ, ਇਹ ਵੀ ਸਰਕਾਰ ਵਾਸਤੇ ਦੇਖਣ ਵਾਲੀ ਗੱਲ ਹੈ। ਪਰ ਫਿਲਹਾਲ ਜੰਜਵਾ ਸਾਹਿਬ ਨੂੰ ਇਸ ਗੱਲ ਦੀ ਵਧਾਈ ਕਿ 1 ਸਾਲ ਹੋਰ ਉਸ ਸੀਟ ਦੇ ਉੱਤੇ ਉਹਨਾਂ ਨੂੰ ਬੈਠਣ ਦਾ ਮੌਕਾ ਮਿਲ ਸਕਦਾ ਹੈ। ਲੇਕਿਨ ਇਹਦੇ ਵਿੱਚ ਜੁਗਾੜਬੰਦੀ ਕਿੰਨੀ ਹੁੰਦੀ ਹੈ? ਕੀ ਕੇਂਦਰ 'ਚ ਗੋਟੀਆਂ ਫਿੱਟ ਕਰਕੇ ਚਿੱਠੀ ਭੇਜੀ ਗਈ ਹੈ, ਜਾਂ ਚਿੱਠੀ ਭੇਜਣ ਤੋਂ ਬਾਅਦ ਗੋਟੀਆਂ ਫਿੱਟ ਕੀਤੀਆਂ ਜਾਣਗੀਆਂ? ਕਿਉਂਕਿ
ਅਗਲੇ ਕਿਹੜੇ ਉਹ ਵੀ ਖੜੱਪੇ ਨੇ, ਐਡਾ ਸੌਖਾ ਨਹੀਂ ਮੰਨਦੇ, ਐਡੇ ਆਸਾਨ ਰਾਹ ਹੁੰਦੇ ਨਹੀਂ। ਸੁਪਰੀਮ ਕੋਰਟ ਦੇ ਵਿੱਚ ਭਾਸਕਰ ਸਾਹਿਬ ਸੁਣਵਾਈ ਹੁੰਦੀ ਆ, ਜਿਹੜੇ ਬਲਵੰਤ ਸਿੰਘ ਖੇੜਾ ਨੇ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਨੇ, ਔਰ ਹੁਸ਼ਿਆਰਪੁਰ ਦੀ ਕੋਰਟ 'ਚ ਉਹਨਾਂ ਨੇ ਬਾਦਲ ਕਿਆਂ ਦੇ ਉੱਤੇ ਦੋ ਸੰਵਿਧਾਨ ਰੱਖਣ ਦਾ ਜਿਹੜਾ ਕੇਸ ਕੀਤਾ ਹੋਇਆ, ਕਿ ਉਹਨਾਂ ਨੇ ਆਪਣੀ ਪਾਰਟੀ ਦੇ 2 ਵਿਧਾਨ ਰੱਖੇ ਹੋਏ ਨੇ, ਔਰ ਇੱਕ ਉਹ ਗੁਰਦੁਆਰਾ ਚੋਣ ਲੜਨ ਲਈ ਕਰਦੇ ਆ, ਰੱਖਦੇ ਆ, ਤੇ ਦੂਜਾ ਜਿਹੜਾ ਉਹ ਪੇਸ਼ ਕਰਦੇ ਆ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੀ ਇਲੈਕਸ਼ਨ ਲੜਨ ਲਈ। ਹੁਣ ਇਹ ਮਾਮਲਾ ਜਦੋਂ ਸੰਮਨ ਕਰਨ ਦਾ ਹੁਸ਼ਿਆਰਪੁਰ ਦੀ ਕੋਰਟ ਚੋਂ ਆਉਂਦਾ ਹੈ, ਸੰਮਨ ਹੁੰਦੇ ਆ, ਤਾਂ ਇਹਨੂੰ ਚੈਲੰਜ ਕਰਦੇ ਆ ਬਾਦਲ ਸਾਹਿਬ, ਉਹਨਾਂ ਦੇ ਬੇਟੇ, ਔਰ ਨਾਲ ਦਲਜੀਤ ਸਿੰਘ ਚੀਮਾ ਹਾਈ ਕੋਰਟ 'ਚ। ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲਦੀ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਸਾਰੀਆਂ ਜਿਹੜੀਆਂ ਦਲੀਲਾਂ ਨੇ ਉਹ ਥੱਲੇ ਦੀ ਕੋਰਟ 'ਚ ਜਾ ਕੇ ਦਿਓ। ਇਹਨੂੰ ਚੈਲੰਜ ਕੀਤਾ ਗਿਆ ਸੀ ਸੁਪਰੀਮ ਕੋਰਟ, ਜਿੱਥੇ ਫੈਸਲਾ ਰਾਖਵਾਂ ਰੱਖ ਲਿਆ ਗਿਆ। ਇਸ ਦੌਰਾਨ ਸੁਣਵਾਈ ਦੌਰਾਨ ਜੋ ਕੁਝ ਹੋਇਆ ਉਹਦੇ ਨਾਲ ਸਾਂਝ ਪਵਾਓ। ਜਿੱਥੇ ਤੱਕ ਹੈ ਡਬਲ ਕਨਸਟੀਟਿਊਸ਼ਨ, ਯਾਨੀ ਇੱਕ ਪੋਲੀਟੀਕਲ ਪਾਰਟੀ ਦੇ 2 ਕਨਸਟੀਟਿਊਸ਼ਨ, ਇੱਕ ਗੁਰਦੁਆਰਾ ਕਮਿਸ਼ਨ ਦੇ ਸਾਹਮਣੇ ਅਕਾਲੀ ਦਲ ਨੇ ਦਿੱਤਾ ਸੀਗਾ ਤੇ ਦੂਜਾ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਦਿੱਤਾ ਸੀਗਾ। ਉਸ ਮੁੱਦੇ ਦੇ ਉੱਤੇ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਚੱਲ ਰਹੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਇਸ ਮੁੱਦੇ ਤੇ ਕਿ ਜਦ ਬਾਦਲ ਸਾਹਿਬ, ਯਾਨੀ ਵੱਡੇ ਬਾਦਲ ਸਾਹਿਬ ਸੁਖਬੀਰ ਸਿੰਘ ਬਾਦਲ ਔਰ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੂੰ ਸਮਨਿੰਗ ਹੁੰਦੀ ਹੈ। ਉਸ ਸਮਨਿੰਗ ਇਸ ਕਰਕੇ ਹੁੰਦੀ ਹੈ ਕਿ ਉਹਨਾਂ ਨੇ ਕੋਈ ਫੋਰਜਰੀ ਕੀਤੀ। ਉਸ ਮੁੱਦੇ ਦੇ ਉੱਤੇ ਕੱਲ ਸੁਪਰੀਮ ਕੋਰਟ ਨੇ ਆਪਣੇ ਆਰਡਰ ਰਿਜ਼ਰਵ ਕਰ ਲਏ, ਔਰ ਪਰ ਸੁਪਰੀਮ ਕੋਰਟ ਨੇ ਇਸ ਆਰਡਰ ਨੂੰ ਰਿਜ਼ਰਵ ਕਰਨ ਤੋਂ ਪਹਿਲੇ ਜਿਹੜੀ ਟਿੱਪਣੀ ਦਿੱਤੀ ਹੈ ਉਹ ਆਪਣੇ ਆਪ ਵਿੱਚ ਬੜੀ ਅਹਿਮ ਹੈਗੀ ਹੈ, ਖਾਸ ਕਰਕੇ ਬਾਦਲ ਪਰਿਵਾਰ ਵਾਸਤੇ ਔਰ ਅਕਾਲੀ ਦਲ ਵਾਸਤੇ। ਕਿਉਂਕਿ ਉਹ ਕਹਿੰਦੇ ਨੇ ਕਿ ਇੱਕ ਵਿਅਕਤੀ ਜਿਹੜਾ ਰਿਲੀਜੀਅਸ ਹੈ ਉਹ ਸੈਕੂਲਰ ਵੀ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਮੈਂ ਕਿਸੇ ਧਰਮ ਦੇ ਵਿੱਚ ਵਿਸ਼ਵਾਸ ਕਰਦਾ ਤੇ ਇਟ ਡਜ਼ਨਟ ਮੀਨ ਕਿ ਮੈਂ ਦੂਜੇ ਧਰਮਾਂ ਦਾ ਸਤਿਕਾਰ ਨਹੀਂ ਕਰਦਾ। ਯਾਨੀ ਇਹ ਜਿਹੜੀ ਟਿੱਪਣੀ ਹੈ ਕਿਸੇ ਨਾ ਕਿਸੇ ਜਗ੍ਹਾ ਬਾਦਲ ਪਰਿਵਾਰ ਦੇ ਵਾਸਤੇ ਜਾਂ ਅਕਾਲੀ ਦਲ ਵਾਸਤੇ ਆਉਣ ਵਾਲੇ ਟਾਈਮ ਵਿੱਚ ਇਸ ਆਰਡਰ ਦੇ ਵਿੱਚ ਕੋਈ ਰਾਹਤ ਮਿਲ ਸਕਦੀ ਹੈ। ਜੱਜ ਬੈਂਚ ਸੀਗਾ ਜਸਟਿਸ MR ਸ਼ਾਹ ਤੇ ਜਸਟਿਸ CT ਰਵੀ ਕੁਮਾਰ ਦਾ, ਔਰ ਬਾਦਲਾਂ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਸੀਨੀਅਰ ਐਡਵੋਕੇਟ KV ਵਿਸ਼ਵਨਾਥਨ, ਔਰ ਦੂਜੇ ਪਾਸੇ ਜਿਹੜੇ ਬਲਵੰਤ ਖਹਿਰਾ ਉਹਨਾਂ ਦੀ ਪਟੀਸ਼ਨ ਸੀਗੀ ਉਹਨੂੰ ਰਿਪਰੈਜ਼ੈਂਟ ਕਰ ਰਹੇ ਸੀ ਪ੍ਰਸ਼ਾਂਤ ਭੂਸ਼ਣ। ਜਦ ਅਸੀਂ ਨਾਂ ਲੈਂਦੇ ਨੇ ਪ੍ਰਸ਼ਾਂਤ ਭੂਸ਼ਣ ਦਾ ਤੇ ਤੁਸੀਂ ਦੇਖੋ ਕਿ ਕਿਸ ਲੈਵਲ ਤੇ ਇਹ ਗੱਲ ਤੁਰ ਗਈ ਹੈ। ਰਾਹਤ ਮਿਲਦੀ ਤੇ ਨਜ਼ਰ ਆਉਂਦੀ ਹੈ, ਪਰ ਇਲੈਕਸ਼ਨ ਕਮਿਸ਼ਨ ਨਾਲ ਹੀ ਸੁਪਰੀਮ ਕੋਰਟ ਇਹ ਵੀ ਟਿੱਪਣੀ ਕਰਦਾ ਹੈ ਡਬਲ ਕਨਸਟੀਟਿਊਸ਼ਨ ਦੇ ਮੁੱਦੇ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਇੱਕ ਜੁਰਿਸਡਿਕਸ਼ਨ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਫੈਸਲਾ ਲੈ ਸਕਦੀ ਹੈ। ਔਰ ਇਸ ਮੁੱਦੇ ਤੇ ਹਾਈ ਕੋਰਟ ਦੇ ਲਾਸਟ ਆਰਡਰ ਦਾ ਜਦ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਤੇ ਇਲੈਕਸ਼ਨ ਕਮਿਸ਼ਨ ਨੂੰ ਹਾਈ ਕੋਰਟ ਨੇ ਇਨਸਟਰਕਸ਼ਨ ਦਿੱਤੀ ਸੀ, ਦੱਸੋ ਕਨਸਟੀਟਿਊਸ਼ਨ ਕਦੋਂ ਚਿੱਠੀ ਇਸ ਮੁੱਦੇ ਦੇ ਉੱਤੇ ਕੰਪਲੇਂਟ ਕੀਤੀ ਗਈ, ਕਦੋਂ ਅਕਾਲੀ ਦਲ ਨੇ ਆਪਣਾ ਕਨਸਟੀਟਿਊਸ਼ਨ ਦਿੱਤਾ ਗਿਆ। ਹਾਲਾਂਕਿ ਇਸ ਪ੍ਰੋਗਰਾਮ ਤੋਂ ਪਹਿਲੇ ਅਸੀਂ ਇਹ ਵੀ ਗੈਰ ਰਸਮੀ ਤੌਰ ਤੇ ਗੱਲ ਕਰ ਰਹੇ ਸੀ ਮੋਗਾ ਡਿਕਲੇਰੇਸ਼ਨ, ਯਾਨੀ ਮੋਗਾ ਦੀ ਉਹ ਰੈਲੀ ਜਿਹਦੇ ਵਿੱਚ ਅਕਾਲੀ ਦਲ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕਰਦਾ ਹੈ, ਔਰ ਪੰਜਾਬੀ ਪਾਰਟੀ ਡਿਕਲੇਅਰ ਕਰਨ ਤੋਂ ਬਾਅਦ ਉਹ ਸੈਕੂਲਰ ਪਾਰਟੀ ਦੇ ਰੂਪ ਵਿੱਚ ਨਜ਼ਰ ਵੀ ਆਉਂਦੀ ਹੈ ਔਰ ਰਿਕਾਰਡ ਦੇ ਵਿੱਚ ਵੀ ਉਹ ਸੈਕੂਲਰ ਪਾਰਟੀ ਬਣ ਜਾਂਦੀ ਹੈ। ਪਰ ਇੱਕ ਸੈਕੂਲਰ ਪਾਰਟੀ ਧਾਰਮਿਕ ਖੇਤਰ ਦੇ ਵਿੱਚ ਵੀ ਆਪਣੇ ਵੱਖਰੇ ਕਨਸਟੀਟਿਊਸ਼ਨ ਦੇ ਰਾਹੀਂ ਇਹ ਇਲੈਕਸ਼ਨ ਲੜ ਸਕਦੀ ਹੈ SGPC ਦੇ। ਇਹਦੇ ਉੱਤੇ ਸਵਾਲ ਹੈ, ਸਵਾਲ ਦਾ ਜਵਾਬ ਦੇਣਾ ਇਲੈਕਸ਼ਨ ਕਮਿਸ਼ਨ ਨੇ। ਇਲੈਕਸ਼ਨ ਕਮਿਸ਼ਨ ਇਸ ਮੁੱਦੇ ਦੇ ਉੱਤੇ ਬਹੁਤਾ ਅੱਗੇ ਵੱਧਦਾ ਫਿਲਹਾਲ ਤੇ ਨਹੀਂ ਨਜ਼ਰ ਆ ਰਿਹਾ, ਪਰ ਆਉਣ ਵਾਲੇ ਟਾਈਮ ਵਿੱਚ ਨਜ਼ਰ ਆ ਵੀ ਸਕਦਾ। ਇੰਦਰਪ੍ਰੀਤ ਜੀ, ਇਸੇ ਮਾਮਲੇ 'ਚ ਦਿੱਲੀ ਦੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ 'ਚ ਸੁਣਵਾਈ ਵੀ ਹੋ ਰਹੀ ਸੀ ਕੁਝ ਮਹੀਨੇ ਪਹਿਲਾਂ। ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਇਹਦੇ ਸੰਬੰਧੀ ਫੈਸਲਾ ਕਰਕੇ ਦੱਸੋ, ਤੇ ਹੁਣ ਇੱਕ ਵਾਰੀ ਫਿਰ ਜਦੋਂ ਚੋਣ ਕਮਿਸ਼ਨ ਦੇ ਪਾਲੇ 'ਚ ਗੇਂਦ ਹੈ ਕਿ ਬਈ ਤੁਸੀਂ ਦੇਖੋ ਕਿ 2 ਸੰਵਿਧਾਨ ਦਾ ਮਾਮਲਾ ਇੱਕ ਪਾਰਟੀ ਦਿੰਦਾ, ਇਹਨੂੰ ਤੁਸੀਂ ਕਿਵੇਂ ਐਡਰੈਸ ਕਰਨਾ, ਤੁਸੀਂ ਇਹਨੂੰ ਮੰਨ ਲੈਂਦੇ ਹੋ ਐਜ ਇਟ ਇਜ਼ ਜਾਂ ਤੁਹਾਨੂੰ ਕੋਈ ਆਬਜੈਕਸ਼ਨ ਹੈ, ਉਹ ਜੇ ਇੱਥੇ ਕੋਈ ਫੈਸਲਾ ਦਿੰਦੇ ਤੇ ਉਹ ਵੀ ਇੱਕ ਬੜਾ ਵੱਡਾ ਪਹਿਲੂ ਹੋਊਗਾ। ਥੋੜਾ ਜਿਹਾ ਤੁਸੀਂ ਵੀ ਇਹਨੂੰ ਬਰੀਫ ਕਰ ਦਿਓ। ਰੰਧਾਵਾ ਸਾਹਿਬ, ਇਹਦੇ 'ਚ 2 ਚੀਜ਼ਾਂ ਨੇ। ਇੱਕ ਤਾਂ ਹੈ ਕੱਲਾ ਇਹ ਅਕਾਲੀ ਦਲ ਦਾ ਮਾਮਲਾ ਨਹੀਂ ਹੈ, ਕਈ ਹੋਰ ਪਾਰਟੀਆਂ ਦੇ ਵੀ ਕੇਸ ਇਸੇ ਤਰ੍ਹਾਂ ਦੇ, ਸਿਮਿਲਰ ਕੇਸ ਇਸੇ ਤਰ੍ਹਾਂ ਦੇ ਲੱਗੇ ਹੋਏ ਨੇ, ਤੇ ਉਹ ਸਾਰੇ ਹਾਈ ਕੋਰਟ ਨੇ ਕਿਹਾ ਸੀ ਕਿ ਵੀ ਸਾਰੇ ਦੇ ਸਾਰੇ ਇਕੱਠੇ ਇਲੈਕਸ਼ਨ ਕਮਿਸ਼ਨ ਹੀ ਸੁਣੇ ਔਰ ਉਹਨੂੰ ਫੈਸਲਾ ਦੇਵੇ। ਉਹ ਇੱਕ ਅਲੱਗ ਮਾਮਲਾ, ਇਸੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਹੜਾ ਅਕਾਲੀ ਦਲ ਵਾਲਾ ਹੈ। ਲੇਕਿਨ ਇਹਦੇ 'ਚ 2 ਚੀਜ਼ਾਂ ਹੋਰ ਨੇ, ਖਾਸ ਤੌਰ ਜਿਹੜੀਆਂ ਅਕਾਲੀ ਦਲ ਵਾਲੀਆਂ ਹੈਗੀਆਂ ਨੇ। ਨਹੀਂ, ਇਹਦੇ 'ਚ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਇੱਕ ਚੀਜ਼ ਸ਼ਾਮਲ ਕਰਦੇ ਆ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਹੋਰ ਵੀ ਬਹੁਤ ਸਾਰੇ ਮਾਮਲੇ ਆ। ਜਿੰਨਾ ਕਿ ਮੈਨੂੰ ਪਤਾ ਹੈ ਕਿ ਇਸ ਦੇਸ਼ ਤੇ ਐਕਟ ਜਿਹੜੇ ਆ ਪਾਰਲੀਮੈਂਟ ਦੇ, ਉਹਦੇ ਤਹਿਤ ਸਿਰਫ ਸ਼੍ਰੋਮਣੀ ਕਮੇਟੀ ਹੋਂਦ ਚਾਹੀਏ ਆ ਔਰ ਸਮਾਨਾਂਤਰ ਮੁਸਲਿਮ ਲੀਗ ਵੀ ਹੈਗੀ ਹੈ। ਮੁਸਲਿਮ ਲੀਗ ਉਹਨਾਂ ਦੀਆਂ ਵੋਟਾਂ ਪੈਂਦੀਆਂ। ਹਾਂ, ਨਹੀਂ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਕੇਸ ਚੱਲ ਰਿਹਾ। ਮੈਨੂੰ ਬਲਵੰਤ ਸਿੰਘ ਖੇੜਾ ਹੋਰਾਂ ਨੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਹੀ ਕੇਸ ਉਹਨਾਂ ਦਾ ਵੀ ਚੱਲ ਰਿਹਾ। ਇੱਕ ਸ਼ਾਇਦ ਹੋਰ
ਸਾਊਥ ਦੀ ਕੋਈ ਹੋਰ ਵੀ ਪਾਰਟੀ ਹੈ ਨਹੀਂ, ਜਿਨ੍ਹਾਂ ਨੇ ਇਸੇ ਕਿਸਮ ਦਾ ਕੋਈ ਦਿੱਤਾ, ਇਹਨਾਂ ਹਾਂਜੀ ਬੁਨਿਆਦੀ ਤੌਰ ਤੇ ਸਵਾਲ ਤਾਂ ਇਹ ਹੈ ਨਾ ਕਿ ਸ਼੍ਰੋਮਣੀ ਕਮੇਟੀ ਇੱਕ ਸਮਾਨਾਂਤਰ ਵਿਧਾਨ ਸਭਾ ਵਰਗੀ ਹੈ, ਇਹਦੇ ਵੀ ਅਜਲਾਸ ਤੋਂ ਲੈ ਕੇ ਹਰ ਚੀਜ਼ ਆ ਉਹ ਉਸੇ ਤਰਜ਼ ਤੇ ਬਣੀ ਹੋਈ ਹੈ। ਕੀ ਦੇਸ਼ ਦੇ ਵਿੱਚ ਕਿਸੇ ਹੋਰ ਧਰਮ ਨਾਲ ਸੰਬੰਧਿਤ ਕੋਈ ਐਸੀ ਇਲੈਕਸ਼ਨ ਹੁੰਦੀ ਹੈ? ਇਹ ਸਵਾਲ ਵੀ ਹੈਗਾ ਨਾ। ਨਹੀਂ, ਮੇਰੇ ਖਿਆਲ ਨਹੀਂ ਹੁੰਦੀ। ਹੋਰ ਤਾਂ ਕੋਈ ਕਿਸੇ ਧਾਰਮਿਕ ਸੰਸਥਾ ਦੀ ਇਸ ਤਰ੍ਹਾਂ ਦਾ ਇਲੈਕਸ਼ਨ ਨਹੀਂ ਹੁੰਦਾ ਜਿਸ ਤਰ੍ਹਾਂ ਆਪਣਾ ਹੁੰਦਾ ਹੈ। ਪਰ ਮੈਂ ਤੁਹਾਨੂੰ ਕਿਹਾ ਕਿ ਇਸ ਤਰ੍ਹਾਂ ਦੇ ਇਹਨੂੰ ਆਪਾਂ ਰਿਲੇਟ ਨਹੀਂ ਕਰ ਸਕਦੇ। ਇਹ ਮਾਮਲਾ ਆਪਣੇ ਆਪ 'ਚ ਵਿਲੱਖਣ ਹੈ, ਯੂਨੀਕ ਹੈ, ਇਹਨੂੰ ਵੱਖਰਾ ਹੀ ਇਹਦੇ ਨਾਲ ਕੋਈ ਹਵਾਲੇ ਸ਼ਾਮਲ ਹੋ ਨਹੀਂ ਸਕਣਗੇ ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਦੇ ਵਿੱਚ। ਮੈਨੂੰ ਲੱਗਦਾ ਇਹਦੇ ਵਿੱਚ ਮੈਂ ਉਹੀ ਗੱਲ ਕਰ ਰਿਹਾ ਸੀ, ਕਮਿਸ਼ਨ ਕੋਈ ਕਿਸੇ ਹੋਰ ਹਵਾਲੇ ਨਾਲ ਫੈਸਲਾ ਨਹੀਂ ਕਰ ਸਕੂਗਾ, ਮੈਨੂੰ ਇੰਜ ਲੱਗਦਾ। ਮੈਨੂੰ ਹਾਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਕਿਉਂਕਿ ਇਲੈਕਸ਼ਨ ਕਿਸੇ ਹੋਰ ਦਾ ਨਹੀਂ ਹੁੰਦਾ। ਪਰ ਮੈਂ ਦੋ ਸੰਵਿਧਾਨਾਂ ਦੀ ਗੱਲ ਕੀਤੀ ਹੈ। ਦੋ ਸੰਵਿਧਾਨ ਕਈ ਪਾਰਟੀਆਂ ਨੇ ਇਸ ਤਰ੍ਹਾਂ ਆਪਣੇ ਆਪਣੇ ਦਿੱਤੇ ਹੋਏ ਨੇ। ਮੈਂ ਉਹਦੀ ਗੱਲ ਕਰ ਰਿਹਾ ਸੀ। ਉਹ ਵਾਲੇ ਕੇਸ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਕਰਨੇ ਆ ਕਿ ਉਹ ਇਹ ਬਲਵੰਤ ਸਿੰਘ ਖੇੜਾ ਹੋਰਾਂ ਨੇ ਇੱਥੇ ਜਦੋਂ ਆਏ ਸੀ ਚੰਡੀਗੜ੍ਹ, ਉਹਨਾਂ ਨੇ ਇਸ ਜਦੋਂ ਹਾਈ ਕੋਰਟ 'ਚ ਉਹਨਾਂ ਦਾ ਕੇਸ ਚੱਲ ਰਿਹਾ ਸੀਗਾ ਕਿ ਸੰਮਨ ਤਾਮੀਲ ਕਰਾਓ, ਤਾਂ ਉਹਨਾਂ ਨੇ ਇਹ ਦੱਸਿਆ ਸੀ ਕਿ ਹੋਰ ਵੀ ਇਸ ਤਰ੍ਹਾਂ ਦੇ ਕੇਸ ਨੇ, ਅਸੀਂ ਸਾਰੇ ਇਕੱਠੇ ਵੀ ਹੋ ਰਹੇ ਹਾਂ ਇਹਦੇ ਇਲੈਕਸ਼ਨ ਕਮਿਸ਼ਨ ਕੋਲੇ ਜਾਣ ਲਈ। ਇਹ ਕਾਫੀ ਪੁਰਾਣੀ ਗੱਲ ਹੋ ਗਈ ਹੈ, ਮੇਰੇ ਖਿਆਲ ਸਾਲ ਡੇਢ ਸਾਲ ਪੁਰਾਣੀ ਗੱਲ ਹੋ ਗਈ ਹੈ। ਦੂਸਰੀ ਇਹਦੇ ਵਿੱਚ ਗੱਲ ਜਿਹੜੀ ਰੰਧਾਵਾ ਸਾਹਿਬ ਇਹ ਹੈਗੀ ਹੈ ਕਿ ਜਿਹੜੇ ਭਾਸਕਰ ਸਾਹਿਬ ਨੇ ਥੋੜਾ ਜਿਹਾ ਵੈਸੇ ਦੱਸ ਵੀ ਦਿੱਤਾ ਕਿ ਅਕਾਲੀ ਦਲ ਦਾ ਜਿਹੜਾ ਮੂਲ ਪ੍ਰਸਤਾਵਨਾ ਜਿਹੜੀ ਹੈਗੀ ਹੈ ਉਹ ਇੱਕ ਧਾਰਮਿਕ ਜਾਂ ਇਹ ਕਹ ਲਓ ਇੱਕ ਸਮੁਦਾਇ ਦੀ ਪਾਰਟੀ ਹੈ। ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਦੇ ਤੌਰ ਤੇ ਹੀ ਸੀ ਕਿ ਉਹਦੀ ਮੂਲ ਜਿਹੜੀ ਉਹਦੇ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਹੈ। ਪਰ 1996 ਦੇ ਵਿੱਚ ਜਦੋਂ ਪਾਰਟੀ ਨੇ ਮੋਗਾ ਰੈਲੀ ਕੀਤੀ, ਕਾਨਫਰੰਸ ਕੀਤੀ, ਉਦੋਂ ਥੋੜੀ ਚੇਂਜ ਕੀਤੀ ਇਹਦੇ ਚ ਕਿ ਨਹੀਂ ਦੂਸਰੀਆਂ ਪਾਰਟੀਆਂ ਜਿਹੜੇ ਦੂਸਰੇ ਸਮੁਦਾਇ ਦੇ ਲੋਕ ਨੇ ਉਹ ਵੀ, ਉਹਨਾਂ ਨੂੰ ਵੀ ਟਿਕਟਾਂ ਅਸੀਂ ਦੇ ਸਕਦੇ ਹਾਂ, ਉਹ ਵੀ ਸਾਡੇ ਪਾਰਟੀ ਸ਼ਾਮਲ ਹੋ ਸਕਦੇ ਆ। ਇਸ ਤਰ੍ਹਾਂ ਦਾ ਆਇਆ ਤਾਂ ਥੋੜੀ ਚੇਂਜ ਹੋ ਗਈ। ਪਰ ਕਿਉਂਕਿ ਸੰਵਿਧਾਨ ਉਦੋਂ ਫਿਰ ਦੋ ਹੋ ਗਏ, ਇੱਕ ਇਹ ਚ ਚੇਂਜ ਵੀ ਕਰਨੀ ਪਈ ਥੋੜੀ ਜੀ। ਇਹ ਟੈਕਨੀਕਲ ਮਾਮਲਾ ਹੈ, ਉਸ ਚ ਥੋੜਾ ਜਿਹਾ ਚੇਂਜ ਕਰਕੇ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਹੈ ਉਹਦੇ ਚ ਇਹ ਕਹਿਤਾ ਵੀ ਇਹ ਸੈਕੂਲਰ ਪਾਰਟੀ ਹੈ। ਤਾਂ ਉੱਥੇ ਪ੍ਰਕਾਸ਼ ਸਿੰਘ ਇਸ ਇਸ਼ੂ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਔਰ ਗੁਰਚਰਨ ਸਿੰਘ ਟੌਹੜਾ ਨੂੰ ਨਾਲ ਕਾਫੀ ਦੋਨਾਂ ਦਾ ਆਪਸ ਚ ਇਹ ਵਿਵਾਦ ਵੀ ਹੁੰਦਾ ਰਿਹਾ ਹੈ ਵੀ ਆਪਾਂ ਨੂੰ ਇਹ ਕੀ ਲੋੜ ਹੈ ਵੀ ਦੂਸਰੇ ਧਰਮਾਂ ਦੇ ਉਹਨਾਂ ਚ ਆਪਾਂ ਨੂੰ ਜਗ੍ਹਾ ਦੇਣ ਵਾਸਤੇ। ਮੇਨਲੀ ਸੀਗਾ ਕਿ ਹਿੰਦੂ ਵਰਗ ਦੇ ਬੰਦੇ ਜਿੰਨੇ ਹੈਗੇ ਆ ਉਹਨਾਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰਤੀਆਂ ਸੀ ਅਕਾਲੀ ਦਲ ਨੇ। ਤਾਂ ਉਹਨਾਂ ਨੇ ਕਿਹਾ ਸੀ ਵੀ ਜਦੋਂ ਆਪਾਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕੀਤਾ ਹੋਇਆ ਤੇ ਜਿਹੜੀਆਂ 23 ਸੀਟਾਂ ਛੱਡੀਆਂ ਨੇ ਉਹ ਇਸੇ ਕਰਕੇ ਹੀ ਛੱਡੀਆਂ ਉਹਨਾਂ ਨੂੰ ਕਿ ਉਹ ਜਿਹੜਾ ਹਿੰਦੂ ਵਰਗ ਹੈ ਜਾਂ ਕਿਸੇ ਹੋਰ ਵਰਗ ਨੂੰ ਆਪ ਸੀਟਾਂ ਦੇਣ। ਅਸੀਂ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀਆਂ, ਅਸੀਂ ਸਿੱਖਾਂ ਨੂੰ ਹੀ ਸੀਟਾਂ ਦਈਏ। ਤਾਂ ਇਹ ਦੋਨਾਂ ਦੇ ਆਪਸ ਚ ਕਾਫੀ ਵਿਵਾਦ ਚੱਲਦਾ ਰਿਹਾ ਸੀਗਾ। ਤੇ ਇਹੀ ਕੇਸ ਜਿਹੜਾ ਹੈਗਾ ਇਹ ਹੁਣ ਦੇਖੋ ਬੜਾ ਇੰਟਰਸਟਿੰਗ ਹੈ ਕਿ ਜਿਹੜੀ ਕੱਲ ਟਿੱਪਣੀ ਕੀਤੀ ਹੈ ਸੁਪਰੀਮ ਕੋਰਟ ਨੇ ਵੀ ਕੀ ਕੋਈ ਧਾਰਮਿਕ ਵਿਅਕਤੀ ਸੈਕੂਲਰ ਨਹੀਂ ਹੋ ਸਕਦਾ, ਕਿਉਂਕਿ ਪ੍ਰਸ਼ਾਂਤ ਭੂਸ਼ਣ ਨੇ ਇਹ ਗੱਲ ਕਹੀ ਹੈ ਉਸ ਚ ਕਿ ਧਾਰਮਿਕ ਵਿਅਕਤੀ ਸੈਕੂਲਰ ਨਹੀਂ ਹੋ ਸਕਦਾ, ਦੋਨੋਂ ਇਕੱਠੀਆਂ ਨਹੀਂ ਹੋ ਸਕਦੀਆਂ, ਜਾਂ ਤਾਂ ਵਿਅਕਤੀ ਧਾਰਮਿਕ ਹੈ ਜਾਂ ਸੈਕੂਲਰ ਹੈ। ਤਾਂ ਉਸ ਤੇ ਹੁਣ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਏਗਾ ਉਹ ਬਹੁਤ ਇੰਟਰਸਟਿੰਗ ਹੋਏਗਾ। ਇਹ ਜੁੱਧ ਵਕੀਲਾਂ ਦੇ ਨੇ, ਬੜੇ ਦਿਲਚਸਪ ਨੇ। ਮਤਲਬ ਇੱਕ ਬੰਦਾ ਆਪਣੇ ਲਈ, ਬਾਦਲਾਂ ਦੇ ਵਕੀਲ ਦੀ ਜਿਹੜੀ ਪਲੀ ਹੈ ਉਹ ਬੜੀ ਸ਼ਾਨਦਾਰ ਹੈ ਕਿ ਮੈਂ ਧਾਰਮਿਕ ਵੀ ਹੋ ਸਕਦਾ ਪਰ ਮੈਂ ਦੂਜੇ ਧਰਮ ਦਾ ਸਤਿਕਾਰ ਵੀ ਕਰ ਸਕਦਾ, ਮੈਂ ਸਾਹਮਣੇ ਬੰਦੇ ਦੀ ਇੱਜ਼ਤ ਕਰ ਸਕਦਾ ਵੀ ਉਹ ਕਿਹੜੇ। ਸੋ ਇਹ ਬੜੇ ਟੈਕਨੀਕਲ ਪਹਿਲੂ ਨੇ ਜੀ। ਬਿਲਕੁਲ, ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਬੜੀ ਕਲੀਅਰਲੀ ਲਿਖੀ ਹੋਈ ਹੈ ਕਿ ਸੈਕੂਲਰ ਪਾਰਟੀ ਹੀ ਪੋਲੀਟੀਕਲੀ ਜਾਂ ਪੋਲੀਟੀਕਲ ਅਰੀਨਾ ਦੇ ਵਿੱਚ ਆ ਸਕਦੀ ਹੈ। ਇਸ ਕਰਕੇ ਜਦ ਇਲੈਕਸ਼ਨ ਕਮਿਸ਼ਨ ਕਿਸੇ ਵੀ ਇਲੈਕਸ਼ਨ ਤੋਂ ਪਹਿਲੇ ਮਾਡਲ ਕੋਡ ਆਫ ਕੰਡਕਟ ਲਾਉਂਦਾ ਹੈ ਉਹਦੇ ਵਿੱਚ ਖਾਸ ਤੌਰ ਤੇ ਇਹ ਗੱਲ ਲਿਖੀ ਹੁੰਦੀ ਹੈ ਕਿ ਧਾਰਮਿਕ ਸਥਾਨਾਂ ਦਾ ਉਪਯੋਗ ਕੈਂਪੇਨ ਦੇ ਵਿੱਚ ਅਗਰ ਕੀਤਾ ਜਾਏਗਾ ਤੇ ਉਹਦੇ ਖਿਲਾਫ ਐਕਸ਼ਨ ਹੋਏਗਾ। ਹੁਣ ਬਾਦਲ ਸਾਹਿਬ ਜਾਂ ਅਕਾਲੀ ਦਲ ਆਪਣੀ ਗੱਲ ਨੂੰ ਅੱਗੇ ਇਸ ਤਰਕ ਦੇ ਉੱਤੇ ਤੋੜਦੇ ਨੇ ਕਿ ਸਾਡੀ ਸਿੱਖੀ ਦੇ ਹਿਸਾਬ ਨਾਲ, ਯਾਨੀ ਮੀਰੀ ਪੀਰੀ ਦੇ ਸਿਧਾਂਤ ਦੇ ਹਿਸਾਬ ਨਾਲ ਰਾਜਨੀਤੀ ਤੇ ਧਰਮ ਇਕੱਠੇ ਤੁਰ ਸਕਦੇ ਨੇ। ਹੁਣ ਸਾਡਾ ਸੰਵਿਧਾਨ ਔਰ ਇਲੈਕਸ਼ਨ ਕਮਿਸ਼ਨ ਉਸ ਮੀਰੀ ਪੀਰੀ ਦੇ ਸਿਧਾਂਤ ਨੂੰ ਕਿੰਨਾ ਕੁ ਮੰਨਦਾ ਹੈ ਇਹ ਗੱਲ ਦੇਖਣੀ ਹੈ। ਔਰ ਲੀਗਲੀ ਇਸ ਗੱਲ ਨੂੰ ਕਿੱਥੇ ਜਾ ਕੇ ਅਸੀਂ ਖੜ ਸਕਦੇ ਹਾਂ, ਲੜ ਸਕਦੇ ਹਾਂ ਇਸ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ। ਸਾਰਾ ਕੇਸ ਉਸ ਮੁੱਦੇ ਦੇ ਉੱਤੇ ਖੜਾ। ਮੋਗਾ ਕਾਨਫਰੰਸ ਵੇਲੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਲਿਆਂਦੇ ਗਏ ਸੋਧ ਜਿੰਨੇ ਰਿਫਾਰਮ ਸੀਗੇ ਉਹਦੇ ਨਜ਼ਰੀਏ ਤੋਂ ਫੈਸਲੇ ਕੀਤੇ ਗਏ ਸੀ, ਕਿਉਂਕਿ ਉਹਨਾਂ ਨੂੰ ਅੰਦਾਜ਼ਾ ਸੀ ਕਿ ਅੱਗੇ ਜਾ ਕੇ ਇਹ ਨਾ ਹੋਵੇ ਕਿ ਅਸੀਂ ਵਿਧਾਨ ਸਭਾ ਹੀ ਨਾ ਲੜ ਸਕੀਏ, ਅਸੀਂ ਪਾਰਲੀਮੈਂਟ 'ਚ ਦੀ ਇਲੈਕਸ਼ਨ ਨਾਲ ਲੜ ਸਕੀਏ। ਔਰ ਬੜਾ ਸੋਚ ਸਮਝ ਕੇ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਵਕੀਲਾਂ ਜਾਂ ਵੱਡੇ ਵਕੀਲਾਂ ਦੀ ਰਾਏ ਨਾਲ ਉਹ ਤਬਦੀਲੀ ਕੀਤੀ ਗਈ ਸੀ। ਪਰ ਉਸੇ ਵੇਲੇ
ਦੂਜਾ ਪੱਖ ਕਿ ਸ਼੍ਰੋਮਣੀ ਕਮੇਟੀ ਚੋਣ ਵੀ ਲੜਨੀ ਆ, ਜਿਹਦੇ ਵਿੱਚ ਇਹ ਐਫੀਡੇਵਿਟ ਦੇਣੇ ਪੈਂਦੇ ਆ ਕਿ ਅਸੀਂ ਇੱਕ, ਜਿੱਦਾਂ ਹੁਣ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਸੁਸਾਇਟੀ ਐਕਟ ਥੱਲੇ ਰਜਿਸਟਰਡ ਹੈ। ਉਹ ਇੱਕ ਕਈ ਪਹਿਲੂ ਨੇ, ਅੱਗੇ ਜਾ ਕੇ ਇਹਨੂੰ ਇੱਕ ਵੱਡੀ ਡਿਬੇਟ ਦੇ ਵਿੱਚ ਐਡਰੈਸ ਵੀ ਕਰਾਂਗੇ। ਪਰ ਮੈਂ ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਕੋਲ ਮੈਂ ਜਾਣਾ ਵਿਜੀਲੈਂਸ ਤੇ ਸਾਰੀਆਂ, ਆਪਾਂ ਹੁਣ ਤੇਜ਼ੀ ਨਾਲ ਚੱਲੀਏ। ਇੰਦਰਪ੍ਰੀਤ ਜੀ, ਅੱਜ ਜਸਟਿਸ ਸਾਰੋਂ, SS ਸਾਰੋਂ ਰਿਟਾਇਰਡ, ਉਹ ਪੱਤਰ ਲਿਖ ਰਹੇ ਆ ਵੱਖ-ਵੱਖ ਵਿਭਾਗਾਂ ਨੂੰ, ਚੀਫ ਸੈਕਟਰੀ ਨੂੰ, ਮਤਲਬ ਸਰਕਾਰਾਂ ਨੂੰ ਨੌਕ ਕਰ ਰਹੇ ਆ ਕਿ ਬਈ ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਪਹਿਲਾਂ ਜਿਹੜੀ ਵੋਟਾਂ ਬਣਨ ਦੀ ਪ੍ਰਕਿਰਿਆ ਉਹ ਸ਼ੁਰੂ ਤੁਰੰਤ ਕੀਤੀ ਜਾਵੇ। ਹਾਲਾਂਕਿ ਉਹਨਾਂ ਦੇ ਵੱਖਰੀ ਤਰ੍ਹਾਂ ਦੇ ਸ਼ਿਕਵੇ ਨੇ ਕਿ ਸਰਕਾਰਾਂ ਉਹਨਾਂ ਨੂੰ ਰਿਸਪੌਂਡ ਨਹੀਂ ਕਰਦੀਆਂ। ਤੁਹਾਨੂੰ ਯਾਦ ਹੋਵੇ ਲਗਭਗ ਕਾਫੀ ਸਮਾਂ ਪਹਿਲਾਂ ਜਦੋਂ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਨਾਲ ਉਹਨਾਂ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਸੀਗਾ। ਉਸ ਤੋਂ ਬਾਅਦ ਲੰਬਾ ਸਮਾਂ ਉਹਨਾਂ ਨੂੰ ਦਫ਼ਤਰ, ਫਿਰ ਉਹ ਦਫ਼ਤਰ ਰੈਨੋਵੇਟ ਨਾ ਕੀਤੇ ਜਾਣ ਦੀ ਗੱਲ, ਹੁਣ ਦਫ਼ਤਰੀ ਸਟਾਫ ਪੂਰਾ ਨਾ, ਅਮਲਾ ਫੈਲਾ ਪੂਰਾ ਨਾ ਦਿੱਤੇ ਜਾਣ ਦੀ ਗੱਲ। ਉਹਨਾਂ ਦੇ ਦਫ਼ਤਰ ਦੇ ਨਾਲ ਪੰਜਾਬ ਦਾ ਚੋਣ ਕਮਿਸ਼ਨ ਦਾ ਦਫ਼ਤਰ ਹੈ, ਉਹਨਾਂ ਨੇ 117 ਹਲਕਿਆਂ ਦੀ ਇਲੈਕਸ਼ਨ ਕਰਾਉਣੀ ਹੁੰਦੀ ਆ, ਉੱਥੇ ਰੌਣਕ ਲੱਗੀ ਹੁੰਦੀ ਆ, ਮੇਲਾ ਲੱਗਿਆ ਹੁੰਦਾ, ਤੇ ਸਾਰੋਂ ਸਾਹਿਬ ਦੇ ਦਫ਼ਤਰ ਦੇ ਵਿੱਚ ਉੱਲੂ ਬੋਲਦੇ ਆ। ਉਹਨਾਂ ਦੇ ਆਪਣੇ ਤਰ੍ਹਾਂ ਦੇ ਪਰੇਸ਼ਾਨੀਆਂ, ਉਹਨਾਂ ਦੇ ਪੱਤਰਾਂ ਦਾ ਜਵਾਬ ਢੰਗ ਨਾਲ ਨਹੀਂ ਦਿੱਤਾ ਜਾਂਦਾ, ਜੇ ਦਿੱਤਾ ਵੀ ਜਾਂਦਾ ਤੇ ਪੁੱਛਿਆ ਉਹਨਾਂ ਕੁਝ ਹੋਰ ਹੁੰਦਾ, ਅਗਲੇ ਜਵਾਬ ਵਿੱਚ ਕੁਝ ਹੋਰ ਹੀ ਦੱਸ ਰਹੇ ਹੁੰਦੇ ਆ, ਤੇ ਬਹੁਤੀ ਵਾਰੀ ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਨੇ ਉਹ ਕੇਂਦਰ ਨੂੰ ਫਾਰਵਰਡ ਵੀ ਕਰਤੀਆਂ ਜਾਂਦੀਆਂ ਨੇ। ਸੋ ਪੰਜਾਬ ਸਰਕਾਰ ਸੁਹਿਰਦ ਨਹੀਂ ਰੱਖਦੀ, ਜੋ ਸਾਡੇ ਕੋਲ ਕਨਸੋਆਂ ਨੇ ਉਹਨਾਂ ਨੂੰ ਲੱਗਦਾ ਉਹਨਾਂ ਦੀ ਬਹੁਤੀ ਦਿਲਚਸਪੀ ਇਹਦੇ 'ਚ ਹੈ ਨਹੀਂ, ਕੋਈ ਐਸੇ ਸੰਕੇਤ ਵੀ ਨਹੀਂ। ਐਸੀ ਸਾਰੀ ਸਿਚੁਏਸ਼ਨ ਦੇ ਵਿੱਚ ਸਾਰੋਂ ਸਾਹਿਬਾਂ ਨੇ ਅੱਜ ਪੱਤਰ ਜਾਰੀ ਕਰ ਦੇਣੇ ਆ ਕਿ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜੇ। ਇਹਦੇ ਉੱਤੇ ਤੁਸੀਂ ਹੁਣ ਆਪਣੀ ਟਿੱਪਣੀ ਦਿਓ। ਰੰਧਾਵਾ ਸਾਹਿਬ, ਦੇਖੋ, ਇਹ ਮਤਲਬ ਹੁਣ ਤੱਕ ਦੀ ਤਾਂ ਪਰੰਪਰਾ ਇਹੀ ਰਹੀ ਹੈ ਵੀ ਜਦੋਂ ਗਵਰਨਮੈਂਟ ਆਫ ਇੰਡੀਆ ਇਹ ਤੈਅ ਕਰ ਲੈਂਦੀ ਹੈ ਕਿ ਵੀ ਇਲੈਕਸ਼ਨ ਕਰਾਣੇ ਹੈ, ਗੁਰਦੁਆਰਾ ਇਲੈਕਸ਼ਨ ਜਿਹੜੇ ਹੈ ਗੁਰਦੁਆਰਿਆਂ ਦੇ, ਉਸ ਟਾਈਮ ਤੋਂ ਹੀ ਇਹ ਪ੍ਰੋਸੈਸ ਸ਼ੁਰੂ ਹੁੰਦਾ ਹੈ ਵੋਟਾਂ ਬਣਾਉਣ ਦਾ। ਹੁਣ ਤੱਕ ਦੀ ਪਰੰਪਰਾ ਇਹੀ ਰਹੀ ਹੈ, ਵਿੱਚ ਦੇ ਵਿੱਚ ਕਦੇ ਵੋਟਾਂ ਨਹੀਂ ਬਣੀਆਂ, ਹਮੇਸ਼ਾ ਉਦੋਂ ਹੀ ਬਣਦੀਆਂ ਜਦੋਂ ਇਲੈਕਸ਼ਨ ਹੁੰਦੇ ਆ। ਇਹ ਫਸਟ ਟਾਈਮ ਹੈ, ਜਿਵੇਂ ਕਿ ਸਾਰੋ ਸਾਹਿਬ ਨੇ ਆਪਣੇ ਉਸ 'ਚ ਕਿਹਾ ਹੈ ਕਿ ਵੀ ਅਸੀਂ ਸਿਰਫ ਵੋਟਾਂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। ਇਲੈਕਸ਼ਨ ਕਦੋਂ ਹੋਣਗੇ ਮੈਂ ਹਜੇ ਨਹੀਂ ਕਹਿ ਸਕਦਾ, ਕਿਉਂਕਿ ਇਲੈਕਸ਼ਨਾਂ ਤਾਂ ਗਵਰਨਮੈਂਟ ਆਫ ਇੰਡੀਆ ਦਾ ਕੰਮ ਹੈ ਕਰਵਾਉਣਾ। ਮੈਂ ਤਾਂ ਵੋਟਾਂ ਦਾ ਪ੍ਰੋਸੈਸ ਸ਼ੁਰੂ ਕਰ ਰਿਹਾ। ਜੇ ਜਦੋਂ ਚਿੱਠੀ ਲਿਖਦੇ ਆ, ਚਾਹੇ ਉਹ ਪੰਜਾਬ ਸਰਕਾਰ ਨੂੰ ਲਿਖਣ, ਯੂਟੀ ਨੂੰ ਲਿਖਣ, ਜਾਂ ਹਿਮਾਚਲ ਪ੍ਰਦੇਸ਼ ਨੂੰ ਲਿਖਣ, ਕਿਉਂਕਿ ਹੁਣ ਹਰਿਆਣਾ ਹੈ ਨਹੀਂ ਹੈ, ਉਹਦੀਆਂ ਸੀਟਾਂ ਕੱਟ ਗਈਆਂ, ਤਾਂ ਉਹ ਉਸ ਟਾਈਮ ਉਹਨਾਂ ਦੇ ਸਾਹਮਣੇ ਫਿਰ ਇੱਕ ਸਵਾਲ ਉਸ ਸਰਕਾਰ ਦੇ ਸਾਹਮਣੇ ਵੀ ਇਹ ਹੁੰਦਾ ਹੈ ਕਿ ਇਲੈਕਸ਼ਨ ਹੋਣੇ ਕਦੋਂ ਹੈ। ਕਿ ਅਸੀਂ ਬਾਕੀ ਸਾਰੇ ਕੰਮ ਛੱਡ ਕੇ ਇਲੈਕਸ਼ਨ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕਰ ਦਈਏ, ਅਮਲੇ ਨੂੰ ਉਧਰ ਲਾ ਦਈਏ, ਤੇ ਉਧਰ ਇਲੈਕਸ਼ਨ ਤਾਂ ਹੋਣਾ ਹੀ ਨਹੀਂ ਹੈ। ਤਾਂ ਇਹ ਪਤਾ ਕਰਨ ਵਾਸਤੇ ਉਹੀ ਜਿਹੜੀ ਸਾਰੋਂ ਸਾਹਿਬ ਦੀ ਚਿੱਠੀ ਹੈ, ਹੋਮ ਮਿਨਿਸਟਰੀ ਜਿਹੜੀ ਹੈ, ਹੋਮ ਡਿਪਾਰਟਮੈਂਟ ਜਿਹੜਾ ਹੈਗਾ ਹੋਮ ਮਿਨਿਸਟਰੀ ਨੂੰ ਲਿਖ ਦਿੰਦਾ ਹੈ ਕਿ ਜੀ ਕੀ ਤੁਸੀਂ ਇਲੈਕਸ਼ਨ ਡਿਕਲੇਅਰ ਕਰਤੇ ਆ ਜਾਂ ਕਰ ਰਹੇ ਹੋ ਨਿਕਟ ਭਵਿੱਖ ਦੇ ਵਿੱਚ। ਤਾਂ ਇਸ ਕਰਕੇ ਜਦੋਂ ਉੱਥੋਂ ਕੋਈ ਜਵਾਬ ਨਹੀਂ ਆਉਂਦਾ ਤਾਂ ਉਹ ਮੰਨ ਲਿਆ ਜਾਂਦਾ ਹੈ ਵੀ ਹਜੇ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਸ਼ੁਰੂ ਨਹੀਂ ਹੋਇਆ ਇਲੈਕਸ਼ਨ ਕਰਾਉਣ ਦਾ। ਤਾਂ ਇਸ ਕਰਕੇ ਵੋਟਾਂ ਬਣਾਉਣ ਦਾ ਵੀ ਕੰਮ ਫਿਰ ਰੁਕ ਜਾਂਦਾ ਹੈ, ਕਿਉਂਕਿ ਗੁਰਦੁਆਰਾ ਇਲੈਕਸ਼ਨ ਕੋਲੇ ਸਿਰਫ ਔਰ ਸਿਰਫ ਇੱਕੋ ਹੀ ਕੰਮ ਹੈ 5 ਸਾਲਾਂ ਦੇ ਵਿੱਚ ਉਹ ਇਲੈਕਸ਼ਨ ਕਰਵਾਉਣਾ। ਬਾਕੀ ਟਾਈਮ ਉਹਨਾਂ ਕੋਲੇ ਕੋਈ ਹੈ ਨਹੀਂ ਹੈ। ਹਾਂ, ਕੋਈ ਰੈਗੂਲਰ ਉਹਨਾਂ ਕੋਲੇ ਕੰਮ ਨਹੀਂ ਹੈ, ਕਿਉਂਕਿ ਜਿਹੜਾ ਦੂਜਾ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਸੀਗੀ, ਉਹਨਾਂ ਕੋਲ ਦੇਖੋ ਡੇ ਬਾਈ ਡੇ ਕੰਮ ਹੈਗੇ ਨੇ, ਚਾਹੇ ਉਹ ਉਪ ਚੋਣਾਂ ਆ ਗਈਆਂ ਉਹ ਕਰਵਾਉਂਦੇ ਆ, ਵਿਧਾਨ ਸਭਾ ਚੋਣਾਂ ਆ ਗਈਆਂ, ਕਦੀ ਲੋਕ ਸਭਾ ਚੋਣਾਂ ਆ ਗਈਆਂ। ਇਸ ਕਰਕੇ ਉਹਨਾਂ ਨੂੰ ਤਾਂ ਉਹਨਾਂ ਕ ਸਟਾਫ ਵਗੈਰਾ ਸਭ ਕੁਝ ਚਾਹੀਦਾ ਹੁੰਦਾ ਹੈ। ਪਰ ਇਹ ਠੀਕ ਹੈ ਸਾਰੋ ਸਾਹਿਬ ਦੀ ਗੱਲ ਕਿ ਜਦੋਂ ਦੇਖੋ ਗਵਰਨਮੈਂਟ ਆਫ ਇੰਡੀਆ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਨੂੰ ਐਡਾ ਵੱਡਾ ਕਮਿਸ਼ਨ ਦਾ ਚੀਫ ਕਮਿਸ਼ਨਰ ਲਗਾਉਂਦੀ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ, ਚਾਹੇ ਇਹੀ ਕਹਿ ਕੇ ਦਿੱਤਾ ਜਾਏ ਵੀ ਹਜੇ ਪ੍ਰੋਸੈਸ ਨਾ ਸ਼ੁਰੂ ਕਰੋ, ਹਜੇ ਸਾਡਾ ਕੋਈ ਪ੍ਰੋਗਰਾਮ ਨਹੀਂ ਹੈ। ਹੁਣ ਸਾਰੋ ਸਾਹਿਬ ਦੀ ਜਿਹੜੀ ਨਿਯੁਕਤੀ ਹੈ ਉਹ 2 ਸਾਲ ਵਾਸਤੇ ਹੋਈ ਸੀ, ਜੋ ਮੇਰਾ ਖਿਆਲ ਹੈ ਕਿ ਅਗਲੇ 2 ਮਹੀਨਿਆਂ 'ਚ ਖਤਮ ਹੋਣ ਵਾਲੀ ਹੈ, ਸ਼ਾਇਦ ਜੁਲਾਈ ਦੇ ਵਿੱਚ ਮੇਰੇ ਖਿਆਲ ਖਤਮ ਹੋ ਜਾਏਗੀ। ਤਾਂ ਉਸ 'ਚ ਮਤਲਬ ਉਹ ਕਹਿ ਤਾਂ ਸਕਦੇ ਆ ਯਾਰ ਵੀ ਇਹਨਾਂ 2 ਸਾਲਾਂ 'ਚ ਤਾਂ ਫਿਰ ਮੈਂ ਕੋਈ ਕੰਮ ਹੀ ਨਹੀਂ ਕੀਤਾ, ਤੇ ਸ਼ਾਇਦ ਉਸ ਪੱਖੋਂ ਉਹ ਜਸਟੀਫਾਈ ਵੀ ਕਰਨਾ ਚਾਹਣ ਵੀ ਦੇਖੋ ਮੈਂ ਤਾਂ ਪ੍ਰੋਸੈਸ ਸ਼ੁਰੂ ਕਰਤਾ, ਜੋ ਮੇਰਾ ਕੰਮ ਸੀਗਾ ਉਹ ਤਾਂ ਮੈਂ ਕਰਤਾ, ਹਜੇ ਇਲੈਕਸ਼ਨ ਡਿਕਲੇਅਰ ਕਰਾਣੇ ਨੇ ਉਹ ਹੋਮ ਮਿਨਿਸਟਰੀ ਦਾ ਕੰਮ ਹੈ, ਉਹ ਦੇਖੇ। ਤੁਸੀਂ ਇੱਕ ਜ਼ਿਕਰ ਕੀਤਾ ਸੀਗਾ ਕਿ ਜਸਟਿਸ SS ਸਾਰੋਂ ਨੇ, ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ 2 ਸਾਲ ਲਈ ਹੋਈ, ਲੇਕਿਨ ਜਿਹੜਾ ਨੋਟੀਫਿਕੇਸ਼ਨ ਭਾਰਤ ਸਰਕਾਰ ਵੱਲੋਂ ਹੋਇਆ ਹੈ, ਮੈਂ ਜ਼ਰੂਰ ਕਲੀਅਰ ਕਰ ਦਿਆਂ, ਉਹ ਨੋਟੀਫਿਕੇਸ਼ਨ ਹੁੰਦਾ ਹੈ 9 ਅਕਤੂਬਰ 2020 ਦੇ ਵਿੱਚ, ਜਿਹੜਾ ਰੂਲ 3 ਦੇ ਤਹਿਤ ਤੇ ਲਾਇਆ ਜਾਂਦਾ ਵਾ ਇਹਨਾਂ ਨੂੰ, SS ਸਾਰੋਂ ਨੂੰ ਚੀਫ ਗੁਰਦੁਆਰਾ ਇਲੈਕਸ਼ਨਸ ਇਹ ਲਾਇਆ ਜਾਂਦਾ। ਇਹ ਜੁਆਇੰਟ ਸੈਕਟਰੀ PS ਸ਼੍ਰੀਵਾਸਤਵਾ ਦੀ ਸਾਈਨਾਂ ਥੱਲੇ ਚਿੱਠੀ ਜਾਰੀ ਹੁੰਦੀ ਆ, ਉਹਨਾਂ ਵੱਲੋਂ ਇਹ ਭੇਜੀ ਜਾਂਦੀ ਹੈ। ਇਹਦੇ ਵਿੱਚ ਕੋਈ
ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੰਨੇ ਚਿਰ ਲਈ। ਮੈਨੂੰ ਲੱਗਦਾ ਗੁਰਦੁਆਰਾ ਚੋਣ ਕਰਾਉਣ ਲਈ ਇਹ ਨਿਯੁਕਤੀ ਹੁੰਦੀ ਜਦੋਂ ਤੱਕ ਇਲੈਕਸ਼ਨ ਹੋ ਜੇ। ਇਹਦਾ ਕੋਈ ਸਮਾਂ ਹੱਦ ਇਸ ਨੋਟੀਫਿਕੇਸ਼ਨ 'ਚ ਮਿਥੀ ਨਹੀਂ ਗਈ। ਹੋ ਸਕਦਾ ਜਿਹੜੇ ਨਿਯਮ ਨੇ, ਜਿਹੜੇ ਇਸ ਨਿਯੁਕਤੀ ਦੀਆਂ ਸ਼ਰਤਾਂ ਹੁੰਦੀਆਂ, ਉਹ ਕਿਸੇ ਵੱਖਰੇ ਇੱਕ ਪੱਤਰ ਦੇ ਵਿੱਚ ਭੇਜੀਆਂ ਜਾਂਦੀਆਂ ਹੋਣ। ਮਿਨਿਸਟਰੀ ਆਫ ਹੋਮ ਅਫੇਅਰਸ ਦਾ ਜਿਹੜਾ ਉਹਨਾਂ ਦੀ ਇੰਟਰਨਲ ਸਿਕਿਉਰਿਟੀ 1 ਡਿਵੀਜ਼ਨ ਹੈ, ਉਹਦਾ ਨੋਟੀਫਿਕੇਸ਼ਨ ਹੈ 9 ਅਕਤੂਬਰ 2020 ਦਾ। ਇਹਦਾ ਮਤਲਬ ਜੇ 2 ਸਾਲ ਦੀ ਹੋਵੇ ਤਾਂ ਲਗਭਗ ਉਹ ਤਾਂ ਫਿਰ ਹੁਣ ਤਾਂ ਗੱਲ ਖਤਮ ਹੋ ਚੁੱਕੀ ਹੋਊਗੀ 2 ਸਾਲ ਦੀ। ਇਸ ਕਰਕੇ ਮੈਨੂੰ ਲੱਗਦਾ ਜੋ ਮੈਨੂੰ ਜਿੰਨੀ ਕਿ ਜਾਣਕਾਰੀ ਹੈ ਉਹ ਸ਼ਾਇਦ 21 ਤੋਂ ਸ਼ੁਰੂ ਹੋ ਰਹੀ ਸੀਗੀ, ਜੁਲਾਈ ਮਹੀਨੇ 'ਚ 21 ਤੋਂ ਸ਼ੁਰੂ ਹੋਈ ਸੀ ਤੇ 2 ਸਾਲਾਂ ਲਈ ਸੀ, ਜੋ ਮੈਨੂੰ ਪਤਾ ਲੱਗਿਆ ਸੀ ਉਦੋਂ, ਕਿਉਂਕਿ ਹੁਣ ਕਾਫੀ ਟਾਈਮ ਹੋ ਗਿਆ ਇਸ ਚੀਜ਼ ਨੂੰ ਪਤਾ ਕੀਤੇ। ਮੈਂ ਉਸ ਨੋਟੀਫਿਕੇਸ਼ਨ ਦੀ ਕਾਪੀ ਮੇਰੇ ਕੋਲ ਉਸ ਵੇਲੇ ਜਦੋਂ ਇਹ ਨਿਯੁਕਤੀ ਹੋਈ ਸੀ ਤੇ ਮੈਂ ਲਗਾਤਾਰ ਉਹਨੂੰ ਫਰੋਲ ਰਿਹਾ ਸੀ ਫੋਨ ਨੂੰ ਕਿ ਸ਼ਾਇਦ ਮਿਲ ਜਾਵੇ। ਸੋ ਇਹ ਬੜੀ ਸਥਿਤੀ ਦਾ ਦਵੰਦ ਹੈ ਨਾ, ਸਾਡੀਆਂ ਪਰਿਸਥਿਤੀਆਂ ਦਾ ਦੁਖਾਂਤ ਹੈ ਹਾਲਾਤ ਦੀ। ਵੇਖੋ ਕਿੱਡੀ ਇੱਕ ਅਜੀਬ ਤਰ੍ਹਾਂ ਦਾ ਵਿਅੰਗ ਵੀ ਹੈ ਕਿ ਭਾਰਤੀ ਸੰਵਿਧਾਨ ਦੇ ਅੰਤਰਗਤ ਸ਼੍ਰੋਮਣੀ ਕਮੇਟੀ ਹੋਂਦ 'ਚ ਆਉਂਦੀ ਆ, ਇਹਦੀ ਇਲੈਕਸ਼ਨ 5 ਸਾਲ ਬਾਅਦ ਨਿਰਧਾਰਿਤ ਹੈ ਇਹ ਕੀਤੀ ਜਾਣੀ ਹੈ, ਤਾਂ ਫਿਰ ਕਿਉਂ ਨਹੀਂ ਕਰਾਈ ਜਾਂਦੀ? ਇਹਦੇ ਵਿੱਚ ਜਿੰਨੀਆਂ ਢੁੱਚਰਾਂ ਡਾਈਆਂ ਜਾਂਦੀਆਂ, ਕੀ ਕਿਸੇ ਮੰਨ ਲਓ ਕਿਸੇ ਦਾ ਕੋਈ ਕੋਰਟ ਕੇਸ ਆ ਤੇ ਕਦੇ ਕੋਈ ਵਿਧਾਨ ਸਭਾ ਦੀ ਇਲੈਕਸ਼ਨ ਰੁਕੀ ਹੈ, ਕਦੇ ਪਾਰਲੀਮੈਂਟ ਦੀ ਇਲੈਕਸ਼ਨ ਡਿਲੇ ਹੋਈ ਹੈ ਵੀ ਫਲਾਣੇ ਦਾ ਕੇਸ ਹੈ, ਸੁਪਰੀਮ ਕੋਰਟ ਅੱਧੀ ਰਾਤ ਨਾਲ ਵੀ ਬੈਠੇ ਤੇ ਮਾਮਲੇ ਹੱਲ ਹੋ ਜਾਂਦੇ ਆ। ਆਖਰ ਸਿੱਖਾਂ ਦੀ ਇਸ ਮਿੰਨੀ ਪਾਰਲੀਮੈਂਟ ਦੀ ਇਲੈਕਸ਼ਨ ਕਿਉਂ ਨਹੀਂ ਸਮੇਂ ਸਿਰ ਕਰਾਈ ਜਾਂਦੀ? ਫਿਰ ਤੁਸੀਂ ਕਹਿੰਦੇ ਹੋ ਕਿ ਇਹ ਲੜਦੇ ਕਿਉਂ ਨੇ, ਇਹ ਰੋਂਦੇ ਕਿਉਂ ਨੇ, ਇਹਨਾਂ ਦੀਆਂ ਮੰਗਾਂ ਕਿਹੜੀਆਂ? ਇਹ ਤਾਂ ਚੰਗੇ ਭਲੇ ਵਸਦੇ ਰਸਦੇ ਖੁਸ਼ਹਾਲ ਸੂਬਾ ਹੈ ਤਾਂ ਇਹਦੇ ਬੰਦੇ ਹਰ ਵੇਲੇ ਰੋਂਦੇ ਹੀ ਰਹਿੰਦੇ ਆ। ਤੁਸੀਂ ਸੰਵਿਧਾਨਕ ਹੱਕ ਤੇ ਚੱਜ ਨਾਲ ਇੰਪਲੀਮੈਂਟ ਕਰਦੇ ਹੀ ਨਹੀਂ ਸਾਡੇ। ਸੋ ਇਸ ਮਾਮਲੇ 'ਚ ਕਾਫੀ ਤਲਖ ਹੋਣ ਦੀ ਲੋੜ ਹੈ ਕਿ ਆਖਰ ਤੁਸੀਂ ਮੌਕਾ ਕੀ ਲੱਭਦੇ ਹੋ, ਜਦੋਂ ਕੇਂਦਰ ਨੂੰ ਇਸ ਵੇਲੇ ਲੋੜ ਹੈ ਕਿ ਉਹ ਯਕੀਨੀ ਬਣਾਵੇ ਕਿ ਇਲੈਕਸ਼ਨ ਹਰ ਹਾਲ 'ਚ ਹੋਊਗੀ। ਜੇ ਕੋਈ ਮੁੱਦਾ ਪੈਂਡਿੰਗ ਹੋਵੇ ਉਹਨੂੰ ਪੈਂਡਿੰਗ ਰੱਖ ਕੇ ਕਰਵਾ ਲੈਣੀ ਚਾਹੀਦੀ ਆ। ਗੱਲ ਸਹਿਜਧਾਰੀ ਦੀ ਹੋਵੇ ਜਾਂ ਕਿਸੇ ਦੀ ਹੋਵੇ, ਉਹਨੂੰ ਸੈਕੰਡਰੀ ਰੱਖ ਕੇ ਇਲੈਕਸ਼ਨ ਸਿੱਖਾਂ ਦਾ ਜਿਹੜਾ ਬੇਸਿਕ ਅਧਿਕਾਰ ਹੈ ਸੰਵਿਧਾਨ ਦੇ ਅੰਤਰਗਤ, ਉਹਨੂੰ ਜ਼ਰੂਰ ਅਪਲਾਈ ਕਰਨ ਦਾ ਮੌਕਾ ਮਿਲਣਾ ਚਾਹੀਦਾ ਤਾਂ ਕਿ ਸਿੱਖਾਂ ਦੀ ਘੱਟੋ ਘੱਟ ਲੀਡਰਸ਼ਿਪ ਨਿਰਧਾਰਤ ਹੁੰਦੀ ਰਹੇ, ਸਿੱਖਾਂ ਦੀ ਲੀਡਰਸ਼ਿਪ ਧਾਰਮਿਕ ਲੀਡਰਸ਼ਿਪ ਨਿਰਧਾਰਤ ਹੁੰਦੀ ਰਹੇ। ਇਹ ਵੀ ਸਵਾਲ ਹੈ। ਭਾਸਕਰ ਸਾਹਿਬ, ਆਪਾਂ ਅੱਗੇ ਚੱਲਦੇ ਹਾਂ। ਹਾਲਾਂਕਿ ਕੇਂਦਰ ਸੋਚਦਾ ਹੋਣਾ ਵੀ ਇੱਕ ਜ਼ਰੂਰ ਗੱਲ ਕਹਿਣੀ ਹੈ ਕਿ ਅਸੀਂ ਬਾਰ-ਬਾਰ ਐਸਜੀਪੀਸੀ ਨੂੰ ਰੈਫਰ ਕਰਦੇ ਹੋਏ ਇਹ ਗੱਲ ਕਹਿੰਦੇ ਨੇ ਕਿ ਸਿੱਖਾਂ ਦੀ ਮਿਨੀ ਪਾਰਲੀਮੈਂਟ, ਔਰ ਕਾਨੂੰਨ ਦੀ ਕਿਤਾਬਾਂ ਦੇ ਵਿੱਚ ਇਹਨੂੰ ਸਟੇਟਸ ਦਿੱਤਾ ਗਿਆ ਮਿਊਨਿਸਪਲ ਕਮੇਟੀ ਦਾ। ਔਰ ਉਸ ਤੋਂ ਇਲਾਵਾ ਸਾਰੋ ਸਾਹਿਬ ਦੇ ਦਫ਼ਤਰ ਦੇ ਵਿੱਚ ਜਦ ਕਦੀ ਲਾਈਟ ਜਲਦੀ ਵੀ ਹੈ ਨਾ ਤੇ ਉੱਥੇ ਬਾਹਰ ਹਵਾ ਫੈਲ ਜਾਂਦੀ ਹੈ ਵੀ ਹੁਣ ਇਲੈਕਸ਼ਨ ਹੋਣ ਵਾਲੇ ਨੇ, ਔਰ ਜਦ ਵੀ ਸਾਰੋ ਸਾਹਿਬ ਦੇ ਵਿੱਚ ਕੋਈ ਸਟਾਫ ਨया ਭਰਤੀ ਹੋ ਜਾਂਦਾ ਹੈ ਤਦ ਵੀ ਇਹ ਖਬਰ ਫੈਲ ਜਾਂਦੀ ਹੈ ਵੀ ਇਲੈਕਸ਼ਨ ਹੋਣ ਵਾਲੇ ਨੇ। ਹਜੇ ਲੈਟਰ ਲਿਖਿਆ ਨਹੀਂ ਸਾਰੋ ਸਾਹਿਬ ਨੇ, ਅੱਜ ਸ਼ਾਇਦ ਲੈਟਰ ਉਹ ਲਿਖਣਾ ਹੈ। ਲੈਟਰ ਲਿਖਿਆ ਹੋਇਆ ਅੱਜ ਪੋਸਟ ਹੋ ਜਾਊਗਾ, ਲਿਖਿਆ ਹੋਇਆ, ਮੇਰੀ ਗੱਲ ਹੋਈ ਹੈ, ਪੋਸਟ ਹੋ ਜਾਏਗਾ, ਲਿਖ ਦਿੱਤਾ। ਉਸ ਤੋਂ ਪਹਿਲੇ ਤੁਸੀਂ ਇਹ ਦੇਖੋ 2011 ਤੋਂ ਲੈ ਕੇ ਅੱਜ ਤੱਕ ਐਸਜੀਪੀਸੀ ਦੀ ਚੋਣਾਂ ਨਹੀਂ ਹੋਈਆਂ, ਔਰ ਉਹ ਤਦ ਹੋਣਗੀਆਂ ਜਦ ਸੂਬੇ ਦੀ ਸਰਕਾਰ ਤੇ ਕੇਂਦਰ ਸਰਕਾਰ ਸੇਮ ਪੇਜ ਤੇ ਨਜ਼ਰ ਆਣ ਇਲੈਕਸ਼ਨ ਕਰਾਉਣ ਵਾਸਤੇ। ਹੁਣ ਕਦੋਂ ਨਜ਼ਰ ਆਣਗੇ? ਕਿਉਂਕਿ ਕੇਂਦਰ ਤੇ ਸੂਬੇ ਦਾ ਟਕਰਾਵ ਹਮੇਸ਼ਾ ਰਿਹਾ, ਔਰ ਜਦ ਕੇਂਦਰ ਦੇ ਵਿੱਚ ਔਰ ਪੰਜਾਬ ਦੇ ਵਿੱਚ ਸੇਮ ਸਰਕਾਰਾਂ ਹੁੰਦੀਆਂ ਤਦ ਵੀ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰਾਂ ਅੱਗੇ ਵਧਦੀਆਂ ਨਹੀਂ ਨਜ਼ਰ ਆਉਂਦੀਆਂ। ਇਹ ਤੇ ਜਦ ਵਿਲ ਪਾਵਰ ਹੋਏਗੀ ਇਲੈਕਸ਼ਨ ਕਰਾਉਣ ਦੀ ਤਦ ਹੀ ਹੋਣਗੇ, ਵਰਨਾ ਫਿਰ ਇਲੈਕਸ਼ਨ ਕਮਿਸ਼ਨ, ਗੁਰਦੁਆਰਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਬੱਤੀ ਜਲੇ ਤਾਂ ਵੀ ਇਹ ਖਬਰ ਲੱਗ ਜਾਂਦੀ ਹੈ ਵੀ ਇਲੈਕਸ਼ਨ ਹੋਣ ਵਾਲੇ। ਕਾਲੀ 'ਚ ਵਿਜੀਲੈਂਸ ਦੀ ਕੱਲ ਦੀ ਕਾਰਵਾਈ ਦਾ ਜ਼ਿਕਰ ਕਰਿਓ। ਅੱਜ ਕਾਫੀ ਵੱਡੇ ਵੱਡੇ ਬੰਦਿਆਂ ਦਾ ਜ਼ਿਕਰ ਹੋ ਰਿਹਾ। 12 ਤਰੀਕ ਹੈ, ਚੰਨੀ ਸਾਹਿਬ ਦਾ ਜ਼ਿਕਰ ਹੈ, ਕਿ ਢਿੱਲੋਂ ਦਾ ਕੱਲ ਦਾ ਜ਼ਿਕਰ ਹੈ, BIS ਚਾਹਲ ਭਰਤਿੰਦਰ ਸਿੰਘ ਚਹਿਲ ਦਾ ਜ਼ਿਕਰ ਹੈ, ਜ਼ਿਕਰ ਤਾਂ ਉਹ ਸਿੰਗਲੇ ਦਾ ਵੀ ਹੈ ਲੁਧਿਆਣਿਓਂ, ਕਹਿੰਦੇ ਉਹ ਲਾਲ ਨੋਟਸ ਕੋਈ ਜੀ। ਜਿੱਥੇ ਤੱਕ ਵਿਜੀਲੈਂਸ ਬਿਊਰੋ ਦੀ ਗੱਲ ਹੈ, ਸਰਕਾਰ ਬਣਨ ਤੋਂ ਬਾਅਦ ਸਭ ਤੋਂ ਜ਼ਿਆਦਾ ਐਕਟੀਵਿਟੀ ਰਹੀ ਹੈ ਵਿਜੀਲੈਂਸ ਬਿਊਰੋ ਦੇ ਵਿੱਚ, ਔਰ ਕੱਲ ਵੀ ਵਿਜੀਲੈਂਸ ਬਿਊਰੋ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿਉਂਕਿ ਚੰਨੀ ਸਾਹਿਬ ਨੂੰ ਬੁਲਾਇਆ ਸੀਗਾ। 12 ਤਰੀਕ ਅੱਜ ਹੈਗੀ ਹੈ, ਸਵੇਰੇ 10 ਵਜੇ ਚੰਨੀ ਸਾਹਿਬ ਨੇ ਜਾਣਾ ਸੀ, ਪਰ ਉਹਨਾਂ ਨੇ ਰਿਕੁਐਸਟ ਕਰਤੀ ਕਿ 20 ਤਰੀਕ ਤੱਕ ਮੈਂ ਬਿਜ਼ੀ ਹਾਂ। 20 ਤਰੀਕ ਦੀ ਡੇਟ ਇਸ ਕਰਕੇ ਵੀ ਮਾਇਨੇ ਰੱਖਦੀ ਹੈ ਕਿ ਜਲੰਧਰ ਦੀ ਜੀਵਨੀ ਚੋਣਾਂ ਦੇ ਵਿੱਚ 20 ਤਰੀਕ ਨੂੰ ਨੋਮੀਨੇਸ਼ਨ ਪ੍ਰੋਸੈਸ ਖਤਮ ਹੋਣਾ। ਚਲੋ ਹੁਣ 20 ਤਰੀਕ ਨੂੰ ਜਾਂਦੇ ਆ ਕਿ ਨਹੀਂ ਜਾਂਦੇ ਹੈ ਤੇ ਬਾਅਦ ਚੋਂ ਪਤਾ ਲੱਗੂਗਾ, ਪਰ ਚੰਨੀ ਉਹਨਾਂ ਨੂੰ ਬੁਲਾਏ ਜਾਣ ਦੇ ਮੁੱਦੇ ਦੇ ਉੱਤੇ ਜੀਵਨੀ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਹੈ ਉਹਨਾਂ ਨੇ ਇੱਕ ਮੁੱਦਾ ਜ਼ਰੂਰ ਬਣਾਉਣਾ ਸ਼ੁਰੂ ਕੀਤਾ। ਉਹ ਕਹਿੰਦੇ ਨੇ ਆਮ ਆਦਮੀ ਪਾਰਟੀ ਐਂਟੀ ਦਲਿਤ ਹੈ ਕਿਉਂਕਿ ਉਹ ਦਲਿਤ ਨੇ, ਸਾਧੂ ਸਿੰਘ ਧਰਮਸੋਤ ਕਿਉਂਕਿ ਉਹ ਦਲਿਤ ਨੇ, ਇਸ ਕਰਕੇ ਉਹਨਾਂ ਨੂੰ 2 ਵਾਰ ਅੰਦਰ ਕੀਤਾ ਗਿਆ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ, ਤੇ ਹੁਣ ਚੰਨੀ ਉਹਨਾਂ ਨੂੰ ਇਸ ਕਰਕੇ ਹੀ ਬੁਲਾਇਆ ਜਾ ਰਿਹਾ ਹੈ। ਬਾਕੀ ਕਿੱਕੀ ਢਿੱਲੋਂ ਹੋਣਾ ਜਿਹੜੇ ਫਰੀਦਕੋਟ ਵਾਲੇ, ਉਹ ਵੀ ਵਿਜੀਲੈਂਸ ਦਫ਼ਤਰ ਜਿਹੜੇ ਫਰੀਦਕੋਟ ਦੇ ਉੱਥੇ ਗਏ ਸੀ, ਪ੍ਰਾਪਰਟੀ ਦਾ ਹਿਸਾਬ ਕਿਤਾਬ ਦਿੰਦੇ ਫਿਰਦੇ ਸੀ। ਤੀਜੀ ਵਾਰ ਸੀ ਜਦ ਉਹ ਫਰੀਦਕੋਟ ਦੇ ਉਸ ਵਿਜੀਲੈਂਸ ਦੇ ਬਿਊਰੋ ਦੇ ਦਫ਼ਤਰ ਦੇ ਵਿੱਚ ਗਏ ਸੀ। ਔਰ ਉਸ ਤੋਂ ਇਲਾਵਾ BIS ਚਾਹਲ, ਜਿਨ੍ਹਾਂ ਦਾ ਜ਼ਿਕਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਕਰ ਚੁੱਕੇ ਹਾਂ,
10 ਨੋਟਿਸ ਜਾ ਚੁੱਕੇ, ਪਰ ਚਾਹਲ ਜੀ। ਸਾਹਿਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਦਾ ਉਹਨਾਂ ਨੇ ਮੂੰਹ ਨਹੀਂ ਕੀਤਾ। ਇਹ ਉਹ ਵਿਜੀਲੈਂਸ ਬਿਊਰੋ ਹੈਗਾ ਜਿਹੜਾ ਚਾਹਲ ਸਾਹਿਬ ਨੇ ਬੜੀ ਰੀਝਾਂ ਨਾਲ ਇੱਕ ਤਰੀਕੇ ਨਾਲ ਖੜਾ ਕੀਤਾ ਸੀਗਾ, ਔਰ ਪਿਛਲੀ ਸਰਕਾਰ ਦੇ ਵਿੱਚ BIS ਚਾਹਲ ਇੱਕ ਨਾਂ ਹੁੰਦਾ ਸੀਗਾ ਵਿਜੀਲੈਂਸ ਬਿਊਰੋ ਦੇ ਵਿੱਚ, ਤਾਂ ਉਹਨਾਂ ਦੇ ਇਸ਼ਾਰੇ ਦੇ ਉੱਤੇ ਸਾਰੇ ਕੰਮ ਹੁੰਦੇ ਸੀ, ਪਰ ਹੁਣ ਉਹ ਉਸ ਦਫ਼ਤਰ ਦੇ ਵਿੱਚ ਜਾਣ ਤੋਂ ਕਤਰਾ ਰਹੇ ਨੇ। ਇੱਕ ਵਿਜੀਲੈਂਸ ਬਿਊਰੋ ਨੇ ਰੈੱਡ ਕਾਰਨਰ ਨੋਟਿਸ ਵੀ ਇਸ਼ੂ ਕੀਤਾ ਹੈ ਔਰ CBI ਨੂੰ ਇੱਕ ਚਿੱਠੀ ਲਿਖਤੀ ਹੈ ਕਿ ਕੌਮਾਂਤਰੀ ਪੱਧਰ ਦੇ ਉੱਤੇ ਵੀ ਇੰਟਰਪੋਲ ਦੇ ਰਾਹੀਂ ਇਹ ਜਿਹੜਾ ਰੈੱਡ ਕਾਰਨਰ ਨੋਟਿਸ ਹੈ ਉਹ ਰਾਕੇਸ਼ ਸਿੰਗਲਾ ਜਿਹੜੇ ਮੇਨ ਕੰਡਿਊਟ ਸੀਗੇ ਉਹ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦੇ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਦੇ ਵਾਸਤੇ, ਤੁਹਾਨੂੰ ਯਾਦ ਹੋਏਗਾ ਸੈਂਟਰਲ ਵਿਜੀਲੈਂਸ ਕਮੇਟੀ ਹੋਏ ਵਿਭਾਗ ਦੀ ਜਾਂ ਫਿਰ ਟੈਂਡਰ ਅਲੋਟਮੈਂਟ ਕਮੇਟੀ ਹੋਏ, ਦੋਨੋਂ ਕਮੇਟੀਆਂ ਦੇ ਚੇਅਰਮੈਨ ਰਾਕੇਸ਼ ਸਿੰਗਲਾ ਉਹਨਾਂ ਨੂੰ ਬਣਾਇਆ ਗਿਆ ਸੀ, ਔਰ ਤੇਲੂ ਰਾਮ ਜਿਹੜੇ ਮੇਨ ਵਿਟਨੈਸ ਸੀਗੇ ਜਾਂ ਹੁਣ ਕੋ ਐਕਿਊਜ਼ਡ ਵੀ ਸੀਗੇ, ਉਹਨਾਂ ਨੇ ਵੀ ਰਾਕੇਸ਼ ਸਿੰਗਲਾ ਉਹਦੇ ਉੱਤੇ ਇਲਜ਼ਾਮ ਲਾਏ ਸੀ ਜਿਹੜੇ ਇਸ ਘੁਟਾਲੇ ਦੇ ਖੁੱਲਣ ਤੋਂ ਪਹਿਲੇ ਕੈਨੇਡਾ ਪਰ ਚਲੇ ਗਏ ਸੀ। ਉਹਨਾਂ ਨੂੰ PO ਵੀ ਡਿਕਲੇਅਰ ਕਰ ਦਿੱਤਾ ਗਿਆ ਸੀ ਦਸੰਬਰ 3 ਨੂੰ ਕੋਰਟ ਦੁਆਰਾ, ਪਰ ਹੁਣ ਰੈੱਡ ਕਾਰਨਰ ਨੋਟਿਸ, ਇਸ ਰੈੱਡ ਕਾਰਨਰ ਨੋਟਿਸ ਇੰਟਰਪੋਲ ਨੋਟਿਸ ਤੋਂ ਬਾਅਦ ਕੀ ਉਹਨਾਂ ਨੂੰ ਵਾਪਸ ਕੈਨੇਡਾ ਤੋਂ ਇੰਡੀਆ ਲਿਆਇਆ ਜਾਏਗਾ, ਪੰਜਾਬ ਲਿਆਇਆ ਜਾਏਗਾ, ਇਹ ਵੀ ਇੱਕ ਸਵਾਲ ਖੜਾ। ਇਹ ਵੀ ਕਾਫੀ ਵੱਡਾ ਸਵਾਲ ਹੈ, ਇੱਕ ਨਹੀਂ ਕਈ ਸਵਾਲ ਹੋ ਰਿਹਾ, ਕੋਈ ਹੋਰ ਤਿਆਰੀਆਂ ਦਾ ਜ਼ਿਕਰ ਵੀ ਹੋ ਰਿਹਾ ਸੀਗਾ। ਸੋ ਆਪਾਂ ਭਾਸਕਰ ਸਾਹਿਬ ਥੋੜਾ ਜਿਹਾ ਅੱਗੇ ਚੱਲੀਏ, ਜਲੰਧਰ ਦੀ ਚੋਣ, ਹਾਲਾਂਕਿ ਇਹਦੇ ਵਿੱਚ ਜਿਹੜੀ ਅੱਜ ਦੀ ਅਹਿਮ ਖਬਰ ਸੀ ਅਸੀਂ ਛੱਡ ਚੱਲੇ ਆ, ਇਹ ਆਖਰ ਦੇ ਵਿੱਚ ਇੰਦਰਪ੍ਰੀਤ ਜੀ ਤੁਸੀਂ ਲੈ ਲਿਓ। ਜਿਹੜੀ ਖਬਰ ਹੈਗੀ ਆ ਕਿ ਭਾਰਤ ਸਰਕਾਰ ਨੇ ਥੋੜੀ ਰਾਹਤ ਦਿੱਤੀ ਹੈ, ਪਰ ਵਿੱਚ ਵਿਚਾਲੇ ਵਾਲੀ ਰਾਹਤ ਦਿੱਤੀ ਹੈ, ਖੁੱਲ ਕੇ ਰਾਹਤ ਨਹੀਂ ਦਿੱਤੀ। ਜੇ ਤੁਹਾਡੀ ਫਸਲ ਦਾ ਦਾਣਾ 10% ਤੋਂ ਜ਼ਿਆਦਾ ਖਰਾਬ ਹੈ ਤੇ ਉਹਦੇ ਉੱਤੇ ਪ੍ਰਤੀ ਕੁਇੰਟਲ ਲਗਭਗ ਮੇਰੇ ਖਿਆਲ 37 ਕੇ 35 ਰੁਪਏ ਦਾ ਕੱਟ ਹੈ, ਉਹ ਬੜਾ ਵੱਡਾ ਕੱਟ ਹੈਗਾ। ਸੋ ਇਹ ਸਾਰੀਆਂ ਗੱਲਾਂ ਅੱਗੇ ਵਧਾਉਂਦੇ ਆ। ਭਾਸਕਰ ਸਾਹਿਬ, ਜਲੰਧਰ ਕੀ ਹਾਲ ਹੈ? ਜਲੰਧਰ ਦੀ ਹੁਣ ਰੌਣਕਾਂ ਲੱਗਣੀ ਸ਼ੁਰੂ ਹੋ ਗਈਆਂ। ਕੱਲ 13 ਅਪ੍ਰੈਲ ਨੋਮੀਨੇਸ਼ਨ ਪ੍ਰੋਸੈਸ ਸ਼ੁਰੂ ਹੋਣਾ ਹੈ। ਉਸ ਤੋਂ ਪਹਿਲੇ ਅਕਾਲੀ ਦਲ ਨੇ ਕੱਲ ਆਪਣਾ ਕੈਂਡੀਡੇਟ ਉਤਾਰਤਾ, ਕੈਂਡੀਡੇਟ ਤੇ ਉਤਾਰਿਆ, ਪਰ ਜਲੰਧਰ ਦਾ ਲੋਕਲ ਕੈਂਡੀਡੇਟ ਨਹੀਂ ਹੈਗਾ। ਇਸ ਗੱਲ ਦਾ ਸਾਹਮਣਾ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਰਨਾ ਪਿਆ ਜਦ ਉਹਨਾਂ ਨੂੰ ਪੁੱਛਿਆ ਲੋਕਲ ਕੈਂਡੀਡੇਟ ਪਵਨ ਟੀਨੂ ਤੁਹਾਡੇ ਪਿੱਛੇ ਬੈਠੇ ਹੋਏ ਨੇ, ਤੁਸੀਂ ਉਹਨਾਂ ਨੂੰ ਛੱਡ ਕੇ ਬੰਗੇ ਤੋਂ ਨਵਾਂ ਸ਼ਹਿਰ ਤੋਂ ਕੋਈ ਕੈਂਡੀਡੇਟ ਲੈ ਕੇ ਆ ਰਹੇ ਹੋ, ਕਿੰਨਾ ਕੁ ਵਿਸ਼ਵਾਸ ਹੈ? ਖੈਰ ਇਸ ਗੱਲ ਦਾ ਜਵਾਬ ਉਹ ਟਾਲਦੇ ਹੋਏ ਨਜ਼ਰ ਆਏ, ਕਿਉਂਕਿ ਪਵਨ ਕੁਮਾਰ ਟੀਨੂ ਉਹਨਾਂ ਦੇ ਚਿਹਰੇ ਦੇ ਵਿੱਚ ਵੀ ਉਹ ਸ਼ਿਕਨ ਸੀਗੀ ਔਰ ਉਹ ਉਦਾਸੀ ਸੀਗੀ। ਉਹ ਜਦੋਂ ਜੋ ਸਵਾਲ ਹੋ ਰਿਹਾ ਸੀ ਉਦੋਂ ਸੁਖਬੀਰ ਜੀ ਉੱਠ ਕੇ ਲੱਡੂ ਫੜ ਕੇ ਮੂੰਹ ਚ ਪਾਉਣ ਲੱਗ ਪਏ ਸੀ। ਸਵਾਲ ਲੱਡੂ ਖਾਓ ਛੱਡੋ ਜੀ, ਨਾ ਇਹ ਨਾ ਪੁੱਛੋ, ਇਹ ਉਹ ਸਾਰਿਆਂ ਦੀ ਸਰਬਸੰਮਤੀ ਨਾਲ ਡਾਕਟਰ ਸੁੱਖੀ ਨੂੰ ਕੈਂਡੀਡੇਟ ਬਣਾਇਆ। ਡਾਕਟਰ ਸੁੱਖੀ ਦੇ ਕੈਂਡੀਡੇਚਰ ਦੇ ਵਿੱਚ ਕੋਈ ਘਾਟ ਨਹੀਂ ਹੈ, ਬੜੇ ਹੀ ਨਿਹਾਇਤ ਹੀ ਸ਼ਰੀਫ ਕਿਸਮ ਦੇ ਇਨਸਾਨ ਹੈਗੇ ਨੇ, ਔਰ ਬੰਗੇ ਦੇ ਵਿੱਚ ਲਗਾਤਾਰ ਦੂਜੀ ਵਾਰ ਉਹ MLA ਬਣੇ ਨੇ। ਪਰ ਫਿਰ ਵੀ ਕਈ ਵਾਰ ਦੂਜੀ ਕਰਮ ਭੂਮੀ ਦੇ ਵਿੱਚ ਜਾ ਕੇ ਜਦ ਤੁਸੀਂ ਲੜਨਾ ਹੁੰਦਾ ਤੇ ਕਈ ਤਰੀਕੇ ਦੀ ਤਿਆਰੀਆਂ ਹੁੰਦੀ ਹੈ। ਗੱਲ ਅਸੀਂ ਤਿਆਰੀਆਂ ਦੀ ਸ਼ੁਰੂ ਕੀਤੀ ਹੈ ਤੇ ਕੱਲ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਜਿਹੜੇ ਰਾਜ ਸਭਾ ਮੈਂਬਰ ਵੀ ਹੈਗੇ ਨੇ, ਉਹਨਾਂ ਨੇ ਕੱਲ ਸਾਰੇ ਵੋਲੰਟੀਅਰਾਂ ਦੀ ਇੱਕ ਮੀਟਿੰਗ ਲਿੱਤੀ। ਉਸ ਮੀਟਿੰਗਾਂ ਦੇ ਵਿੱਚ ਇਹ ਜਿਹੜੇ 92 MLA ਹੈ, ਚਲੋ ਮੁੱਖ ਮੰਤਰੀ ਨੂੰ ਕੱਢ ਦੋ, 91 ਹੈਗੇ ਨੇ, 91 MLA ਰਾਜ ਸਭਾ ਦੇ MP ਸਾਰਿਆਂ ਨੂੰ 10-10 ਪਿੰਡ ਅਲਾਟ ਕਰਤੇ ਔਰ ਨਾਲ ਇੱਕ ਵੋਲੰਟੀਅਰ ਦੀ ਟੀਮ, ਯਾਨੀ ਪਿੰਡਾਂ ਦੇ ਵਿੱਚ ਘਰ ਘਰ ਜਾਣਾ ਹੈ। ਆਉਣ ਵਾਲੇ ਟਾਈਮ ਵਿੱਚ ਜਿਸ ਤਰੀਕੇ ਦਾ ਕੈਂਪੇਨ ਆਮ ਆਦਮੀ ਪਾਰਟੀ ਸ਼ੁਰੂ ਕਰ ਰਹੀ ਹੈ, ਉਹ ਕੱਲ ਉਹਦੀ ਝਲਕ ਉਸ ਮੀਟਿੰਗ ਦੇ ਵਿੱਚ ਨਜ਼ਰ ਆਈ, ਜਿਹਦੇ ਵਿੱਚ ਇਹ ਸਾਰੀ ਟੀਮਾਂ ਪਿੰਡਾਂ ਵੱਲ ਸ਼ਹਿਰਾਂ ਵੱਲ ਤੋੜ ਦਿੱਤੀ ਜਾਣਗੀਆਂ ਕੱਲ ਪਰਸੋਂ ਤੱਕ, ਔਰ ਪੂਰੀ ਤਿਆਰੀ ਨਾਲ। ਔਰ ਭਾਜਪਾ ਦੀ ਵੀ ਤਿਆਰੀ ਕੁਝ ਐਦਾਂ ਦੀ ਹੈ। ਕੱਲ ਉਹ ਰੂਰਲ ਸੈਕਟਰ ਦੇ ਵਿੱਚ ਯਾਨੀ ਰੂਰਲ ਏਰੀਆ ਦੇ ਵਿੱਚ ਭਾਜਪਾ ਦੇ ਲੀਡਰ ਮੀਟਿੰਗਾਂ ਕਰਦੇ ਹੋਏ ਦੇਖੇ ਗਏ ਔਰ ਉਹਦੇ ਵਿੱਚ ਇਕੱਠ ਵੀ ਠੀਕ ਠਾਕ ਸੀਗਾ। ਦੂਜੇ ਪਾਸੇ ਗੱਲ ਕਰੀਏ ਕਾਂਗਰਸ, ਤੇ ਕਾਂਗਰਸ ਦੇ ਵੀ ਲੀਡਰ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਔਰ तमाम ਉਹ ਵੱਡੇ ਲੀਡਰ ਇੱਕ ਜਲੰਧਰ ਦੇ ਹੋਟਲ ਦੇ ਵਿੱਚ ਆ ਕੇ ਰੁਕ ਗਏ ਨੇ। ਉਹਨਾਂ ਨੇ ਵੀ ਆਪਣੀ ਰਣਨੀਤੀ ਬਣਾਉਣੀ ਸ਼ੁਰੂ ਕੀਤੀ ਹੈ। ਕੱਲ 4 ਵਜੇ ਬਾਜਵਾ ਸਾਹਿਬ ਨੇ ਇੱਕ ਐਮਰਜੈਂਸੀ ਦੇ ਵਿੱਚ ਪ੍ਰੈਸ ਕਾਨਫਰੰਸ ਬੁਲਾਈ ਔਰ ਪ੍ਰੈਸ ਕਾਨਫਰੰਸ ਬੁਲਾਉਣ ਦੇ ਵਿੱਚ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕੀਤੀ, ਦੇਖੋ ਜੀ ਚੰਨੀ ਉਹਨਾਂ ਨੂੰ ਇਸ ਕਰਕੇ ਵਿਜੀਲੈਂਸ ਬਿਊਰੋ ਦੇ ਵਿੱਚ ਸੱਦਿਆ ਜਾ ਰਿਹਾ ਕਿਉਂਕਿ ਅਸੀਂ ਉਹਨਾਂ ਨੂੰ ਜਲੰਧਰ ਸੱਦ ਰਹੇ ਹਾਂ ਕੈਂਪੇਨ ਵਾਸਤੇ। 20 ਤਰੀਕ ਦੀ ਡੇਟ ਵੀ ਸ਼ਾਇਦ ਇਸ ਕਰਕੇ ਦਿੱਤੀ ਗਈ ਹੈ ਕਿ ਇਹ ਨੋਮੀਨੇਸ਼ਨ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਚੰਨੀ ਉਹਨਾਂ ਕਿਸੇ ਦੂਜੀ ਪਾਰਟੀ 'ਚ ਨਾ ਚਲੇ ਜਾਣ। ਔਰ ਉਸ ਤੋਂ ਪਹਿਲੇ ਯਾਨੀ ਬਹੁਤ ਸਾਰੀ ਗੱਲਾਂ ਹੈਗੀਆਂ ਜਲੰਧਰ ਦੀ ਜਿਮਨੀ ਚੋਣਾਂ ਦੇ ਵਿੱਚ। ਬੀਜੇਪੀ ਨੇ ਆਪਣਾ ਕੈਂਡੀਡੇਟ ਹਜੇ ਤੱਕ ਨਹੀਂ ਉਤਾਰਿਆ। ਜਿਹੜੇ ਕੈਂਡੀਡੇਟ ਨੂੰ ਬੀਜੇਪੀ ਗੱਜ-ਵੱਜ ਕੇ ਲੈ ਕੇ ਗਈ ਸੀ ਯਾਨੀ ਉਹ ਇੰਦਰ ਇਕਬਾਲ ਅਟਵਾਲ, ਉਹਨਾਂ ਦਾ ਕੈਂਡੀਡੇਚਰ ਲੱਗਦਾ ਖਟਾਈ 'ਚ ਪੈ ਗਿਆ। ਕਾਰਨ ਕਿ ਉਸ ਜੁਆਇਨਿੰਗ ਦੇ ਵਿੱਚ ਜਦੋਂ ਅਮਿਤ ਸ਼ਾਹ ਉਹਨਾਂ ਦੇ ਨਾਲ ਫੋਟੋ ਖਿਚਾ ਰਹੇ ਸੀ, ਇੱਕ ਡਰੱਗ ਦੇ ਵਿੱਚ ਕੇਸ ਦੇ ਵਿੱਚ ਕਨਵਿਕਟਡ 10 ਸਾਲ ਦਾ ਪੁਰਸ਼ੋਤਮ ਸੋਂਧੀ ਜਿਹੜਾ ਕਰਤਾਰਪੁਰ ਤੋਂ ਬਿਲੋਂਗ ਕਰਦਾ ਸੀ, ਜਦੋਂ ਕਰਤਾਰਪੁਰ ਤੋਂ ਚਰਨਜੀਤ ਸਿੰਘ ਅਟਵਾਲ ਉਹਨਾਂ ਇਲੈਕਸ਼ਨ ਲੜਦੇ ਸੀ ਅੰਮ੍ਰਿਤਸਰ ਦੇ ਵਿੱਚ ਕੁਝ ਸਾਲਾਂ ਪਹਿਲੇ,
ਉਹ ਇੱਕ ਕਾਰ ਦੇ ਵਿੱਚ ਡਰੱਗ ਦੇ ਨਾਲ ਫੜਿਆ ਗਿਆ ਸੀ। ਉਹਦਾ ਅਮਿਤ ਸ਼ਾਹ ਔਰ ਇੰਦਰ ਇਕਬਾਲ ਅਟਵਾਲ ਉਹਨਾਂ ਦੇ ਫੋਟੋ ਫਰੇਮ ਦੇ ਵਿੱਚ ਆ ਜਾਣਾ, ਉਹ ਲੱਗਦਾ ਹੈ ਅਟਵਾਲ ਸਾਹਿਬ ਵਾਸਤੇ ਭਾਰੀ ਪੈ ਗਿਆ, ਤੇ ਉਹਨਾਂ ਦਾ ਨਾਂ ਬਕੌਲ ਬੀਜੇਪੀ ਦੀ ਸੀਨੀਅਰ ਲੀਡਰ ਕੱਟ ਗਿਆ ਬਤੌਰ ਕੈਂਡੀਡੇਟ, ਤੇ ਨਵੇਂ ਕੈਂਡੀਡੇਟ ਦੀ ਤਲਾਸ਼ ਕੀਤੀ ਜਾ ਰਹੀ ਹੈ। ਹੁਣ 1 2 3 ਤੇ ਕੌਣ ਨੇ ਉਹਦੀ ਜਾਣਕਾਰੀ ਵੀ ਅੱਜ ਦੇ ਦਾਂਗੇ, ਕਿਉਂਕਿ ਹੋ ਸਕਦਾ ਹੈ ਅੱਜ ਸ਼ਾਮ ਤੱਕ ਬੀਜੇਪੀ ਆਪਣਾ ਕੈਂਡੀਡੇਟ ਅਨਾਉਂਸ ਕਰ ਦੇ। ਜੀ ਇੰਦਰਪ੍ਰੀਤ ਜੀ, ਕਣਕ ਦੇ ਮਾਮਲੇ ਦੇ ਵਿੱਚ ਜਿਹੜੇ ਫੈਸਲੇ ਲੈ ਰਹੀਆਂ ਨੇ ਸਰਕਾਰਾਂ, ਉਹਦੇ ਨਾਲ ਸਾਂਝ ਪਵਾ ਦਿਓ। ਰੰਧਾਵਾ ਸਾਹਿਬ, ਦੇਖੋ ਇਸ ਸਾਲ ਜਿੰਨੀ ਦਾ ਪਿਛਲੇ 10 ਦਿਨ ਦੇ ਵਿੱਚ ਜਿਹੜੀ ਹੋਈ ਹੈ, ਓਲਾਵ੍ਰਿਸ਼ਟੀ ਹੋਈ ਹੈ ਜਾਂ ਬਰਸਾਤ ਹੋਈ ਹੈ, ਤੇਜ਼ ਹਵਾਵਾਂ ਚੱਲੀਆਂ ਨੇ, ਉਹਦੇ ਨਾਲ ਬਹੁਤ ਡੈਮੇਜ ਹੋਇਆ ਹੈ ਕਿਸਾਨਾਂ ਦਾ। ਜਿਹੜੀ ਫਸਲ ਵਿਚ ਗਈ ਹੈ, ਉਹਨਾਂ ਦੇ ਲੇਬਰ ਵੀ ਦੇਖੋ ਹੁਣ ਵਧੇਗੀ, ਹੁਣ ਕੰਬਾਈਨਾਂ ਦਾ ਚੱਲਣੀਆਂ ਨਹੀਂ ਹੈਗੀਆਂ, ਲੇਬਰ ਦਾ ਖਰਚਾ ਤਾਂ ਵਧੇਗਾ ਹੀ। ਇਹ ਮੌਕਾ ਸੀਗਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਇੱਕ ਰਾਹਤ ਦਿੰਦੀ। ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜਾ ਇਸ ਟਾਈਮ ਦੀ ਹਾਲਾਤ ਹੈ, ਸਾਡੇ ਜਿਹੜੇ ਬਫਰ ਸਟਾਕ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਗਏ ਹੈ, ਉਹਦੇ ਵਿੱਚ ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ, ਇਹ 3 ਸਟੇਟਾਂ ਜਿਹੜੀਆਂ ਨੇ ਉਹ ਬਹੁਤ ਅਹਿਮ ਰੋਲ ਅਦਾ ਕਰਨਗੀਆਂ ਇਸ ਵਾਰੀ। ਤਾਂ ਰਾਹਤ ਤਾਂ ਉਹਨਾਂ ਨੇ ਜ਼ਰੂਰ ਦਿੱਤੀ ਹੈ ਵੀ ਇਹ ਕਣਕ ਖਰੀਦ ਲਓ, ਪਰ ਉਸ 'ਚ ਵੈਲਿਊ ਘੱਟ ਲਗਾਤਾ ਹੈ, ਜਿਹੜਾ ਮਤਲਬ 5 ਰੁਪਏ 31 ਪੈਸੇ ਤੋਂ ਲੈ ਕੇ ਜੋ ਲਗਭਗ 31 ਰੁਪਏ 87 ਪੈਸੇ ਤੱਕ ਹੈ। ਮਤਲਬ ਜੇ 6 ਤੋਂ 8%, ਕਿਉਂਕਿ 6% ਤੱਕ ਤਾਂ ਪਹਿਲਾਂ ਹੀ ਸੀ, ਜੇ 6% ਤੱਕ ਟੁੱਟਣ ਹੋ ਗਈ ਤਾਂ ਕੋਈ ਗੱਲ ਨਹੀਂ, ਦਾਣਾ ਟੁੱਟਿਆ ਹੋਇਆ ਤਾਂ ਇਹ ਪੂਰੇ 21 ਰੁਪਏ 2185 ਰੁਪਏ ਦੇ ਖਰੀਦ ਲਿਆ ਜਾਏਗਾ। ਪਰ ਜੇ ਇਸ ਤੋਂ 8% ਤੱਕ ਹੈ ਤਾਂ ਫਿਰ ਉਹਦਾ 5 ਰੁਪਏ 31 ਪੈਸੇ, ਫਿਰ ਇਸ ਤਰ੍ਹਾਂ 2% ਵਧਾ ਕੇ ਉਹ ਲੈ ਕੇ ਗਏ ਇਹਨੂੰ 18% ਤੱਕ। 18% ਤੱਕ ਯਾਨੀ ਜੇ ਦਾਣਾ ਟੁੱਟਿਆ ਹੋਇਆ ਤਾਂ ਵੀ ਗਵਰਨਮੈਂਟ ਖਰੀਦ ਲੇਗੀ, ਪਰ ਉਹਦੇ ਲਈ 31 ਰੁਪਏ 95 ਪੈਸੇ ਜਿਹੜਾ ਹੈਗਾ ਉਹ ਘੱਟ ਲੱਗੇਗਾ। ਯਾਨੀ 2185 ਦੀ ਬਜਾਏ ਕਿਸਾਨਾਂ ਨੂੰ 2150 ਰੁਪਏ ਦੇ ਆਸ-ਪਾਸ ਤੁਸੀਂ ਕਹਿ ਲਓ ਵੀ ਲਗਭਗ ਇੰਨਾ ਕੁ ਰੁਪਏ ਮਿਲੇਗਾ ਜੇ ਉਹਨਾਂ ਦਾ 18% ਤੱਕ ਦਾਣਾ ਟੁੱਟਿਆ ਹੋਇਆ ਹੈ ਜਾਂ ਬਦਰੰਗ ਹੈ, ਮਤਲਬ ਚਮਕ ਵੀ ਉਹਦੀ ਘੱਟ ਹੈ ਤਾਂ ਵੀ ਉਹਨੂੰ ਲਸਟਰ ਲਾਸ ਤਾਂ ਉਹਨਾਂ ਨੇ 80% ਤੱਕ ਕਹਿਤਾ ਵੀ ਅਸੀਂ 80% ਤੱਕ ਵੀ ਖਰੀਦ ਲਾਂਗੇ, ਪਰ ਵੈਲਿਊ ਘੱਟ ਦੇ ਹਿਸਾਬ ਨਾਲ। ਦੇਖੋ ਇਹ ਮੈਨੂੰ ਲੱਗਦਾ ਕਿ ਜਿਹੜੀ ਰਾਹਤ ਹੈ ਇਹ ਸੇਮ ਉਸ ਤਰ੍ਹਾਂ ਦੀ ਹੈ ਵੀ ਦੁੱਧ ਵੀ ਦਿੱਤਾ ਤੇ ਮੀਂਗਣਾ ਪਾ ਕੇ ਦਿੱਤਾ। ਸੋ ਮੈਨੂੰ ਲੱਗਦਾ ਕਿ ਇਸ ਟਾਈਮ ਜਿਹੜੀ ਮੈਂ ਪਹਿਲਾਂ ਵੀ ਇੱਕ ਵਾਰ ਤੁਹਾਡੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਗਵਰਨਮੈਂਟ ਆਫ ਇੰਡੀਆ ਨੂੰ ਇਸ ਟਾਈਮ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਔਰ ਘੱਟੋ ਘੱਟ 100 ਰੁਪਏ ਜਿਹੜਾ ਬੋਨਸ ਹੈ ਉਹ ਕਿਸਾਨਾਂ ਨੂੰ ਦੇਣਾ ਚਾਹੀਦਾ ਤਾਂ ਕਿ ਜਿਹੜੀ ਉਹਨਾਂ ਦਾ ਲਾਸ ਹੈ ਉਹ ਕਵਰ ਹੋ ਜਾਏ। ਪਰ ਮੈਨੂੰ ਨਹੀਂ ਇਹ ਲਾਸ ਤਾਂ ਕਵਰ ਕਰਨ ਦੀ ਦੂਰ ਦੀ ਗੱਲ ਹੋ ਗਈ, ਇਹ ਤਾਂ ਹੋਰ ਕੱਟ ਲੱਗ ਗਿਆ ਇਸ 'ਚ। ਤਾਂ ਮਤਲਬ ਉਹਨਾਂ ਨੂੰ ਦੇਖੋ ਜੇ ਹਰ ਇੱਕ ਦੀ ਜੇ ਮੈਨੂੰ ਕੱਲ ਵੈਸੇ ਫੂਡ ਐਂਡ ਸਪਲਾਈ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ ਹੈਗੇ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਕਿ ਸਾਡਾ ਪੰਜਾਬ ਦਾ ਜਿਹੜਾ ਦਾਣਾ ਹੈਗਾ ਉਹ ਐਵਰੇਜ 9% ਟੁੱਟਾ ਹੈ, ਜਿਹੜੀ ਉਹਨਾਂ ਕੋਲ ਰਿਪੋਰਟਸ ਆ ਰਹੀਆਂ ਨੇ। ਤਾਂ 9% ਦਾ ਮਤਲਬ ਹੈ ਵੀ ਸਾਨੂੰ ਲਗਭਗ 10 ਰੁਪਏ 62 ਪੈਸੇ ਪਰ ਕੁਇੰਟਲ ਜਿਹੜਾ ਹੈਗਾ ਉਹ ਨੁਕਸਾਨ ਹੋਏਗਾ। ਜੋ ਇਹ ਸਾਰਾ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਪੂਰੇ ਪੰਜਾਬ ਦਾ 350 ਕਰੋੜ ਰੁਪਏ ਦਾ ਨੁਕਸਾਨ ਹੈਗਾ ਜਿਹੜਾ ਇਹ ਹੋਣਾ ਚਾਹੀਦਾ। ਮੈਂ ਗੱਲ ਤਾਂ ਕਰ ਰਿਹਾ ਸੀ ਰਾਹਤ ਦੇਣ ਦੀ ਵੀ ਸਰਕਾਰ ਨੂੰ 100 ਰੁਪਏ ਬੋਨਸ ਦੇਣਾ ਚਾਹੀਦਾ ਇਹਦੇ ਉੱਤੇ, ਪਰ ਏਕੜ ਦੇ ਦਿਓ ਚਾਹੇ ਪਰ ਕੁਇੰਟਲ ਦੇ ਦਿਓ, ਪਰ ਇੱਥੇ ਤਾਂ ਉਲਟਾ ਹੋ ਗਿਆ। ਮਤਲਬ ਇਹ ਮੈਨੂੰ ਲੱਗਦਾ ਕਿ ਗਵਰਨਮੈਂਟ ਨੇ ਠੀਕ ਨਹੀਂ ਕੀਤਾ। ਪਰ ਮੈਂ ਫਿਰ ਵੀ ਇੱਕ ਉਹ ਕਿਸਾਨਾਂ ਨੂੰ ਕਹੂੰਗਾ ਕਿ ਦੇਖੋ ਇਹ ਉਹਨਾਂ ਕੋਲ ਮੌਕਾ ਵੀ ਬਹੁਤ ਵੱਡਾ ਹੈ। 2024 ਜਿਹੜਾ ਅਗਲੇ ਸਾਲ ਇਲੈਕਸ਼ਨ ਹੈ ਉਹਦੇ ਵਿੱਚ ਗਰੀਬਾਂ ਨੂੰ ਅਨਾਜ ਮੁਹੱਈਆ ਕਰਾਉਣਾ ਗਵਰਨਮੈਂਟ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ। ਤੇ ਜੇ ਕਿਸਾਨ ਇਹ 3 ਸਟੇਟਾਂ ਦੇ ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ ਇਹ ਘੱਟੋ ਘੱਟ 25 ਤੋਂ 30% ਰਕਬਾ ਘਟਾ ਦੇਣ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਫੇਰ ਹੀ ਵੈਲਿਊ ਬਣੂਗੀ, ਅਦਰਵਾਈਜ਼ ਵੈਲਿਊ ਉਹਨਾਂ ਦੀ ਬਣਨੀ ਨਹੀਂ। ਕਿਉਂਕਿ ਅਸੀਂ ਅਨਾਜ ਵੇਚਣਾ ਹੈ ਅਗਲੇ ਸਾਲ, ਸਿੱਟਣਾ ਨਹੀਂ ਹੈ ਮੰਡੀਆਂ ਦੇ ਵਿੱਚ। ਸੋ ਮੇਰਾ ਇਹ ਮਤਲਬ ਇੱਕ ਸੁਜੈਸ਼ਨ ਹੈ ਕਿ ਕਿਸਾਨ ਅਗਰ ਇਸ ਤਰ੍ਹਾਂ ਕੰਮ ਕਰਨ, ਹੁਣ ਧਰਨੇ ਪ੍ਰਦਰਸ਼ਨ ਕਰਕੇ ਤਾਂ ਬਹੁਤਾ ਕੋਈ ਕੰਮ ਚੱਲਦਾ ਨਹੀਂ ਹੈ। ਦੇਖੋ 3 ਖੇਤੀ ਕਾਨੂੰਨ ਦੀ ਗੱਲ ਹੋਈ ਸੀ, ਅਸੀਂ 1 ਸਾਲ ਬੈਠੇ ਰਹੇ, ਠੀਕ ਹੈ ਗਵਰਨਮੈਂਟ ਨੇ ਵਾਪਸ ਲੈ ਲਏ, ਪਰ ਉਹ ਹਜੇ ਤੱਕ ਉਹ ਜਿਹੜੀ ਮੇਨ ਸੀ ਵੀ MSP ਦੀ ਗਾਰੰਟੀ ਘੱਟੋ ਘੱਟ ਤਾਂ ਕਰੋ ਨਾ ਸਾਰੀਆਂ ਫਸਲਾਂ ਦੇ, ਉਹ ਹਜੇ ਤੱਕ ਫੈਸਲਾ ਨਹੀਂ ਹੋਇਆ। ਕਮੇਟੀਆਂ ਬਣ ਗਈਆਂ, ਉਹਦੀ ਕੋਈ ਰਿਪੋਰਟ ਨਹੀਂ, ਕੋਈ ਕੁਝ ਨਹੀਂ। ਸੋ ਮੈਨੂੰ ਲੱਗਦਾ ਕਿ ਟਾਲਣ ਵਾਲੀ ਗੱਲ ਹੁੰਦੀ ਹੈ। ਫਾਰਮਰ ਨੂੰ ਜਿਹੜਾ ਉਹਨਾਂ ਦੀ ਜਿਹੜੀ ਸਟਰੈਂਥ ਹੈ ਉਹ ਹੈ ਅਨਾਜ ਮੁਹੱਈਆ ਕਰਾਉਣਾ ਕੰਟਰੀ ਨੂੰ, ਤਾਂ ਜੇ ਉਹ ਆਪਣੀ ਉਸ ਸਟਰੈਂਥ ਤੇ ਕੰਮ ਕਰਨ ਕਿ ਉਹਨੂੰ ਘਟਾਉਣ ਰਕਬੇ ਨੂੰ, ਕਿਉਂਕਿ ਜਿੱਦਾਂ ਵੀ ਉਹ ਘਟਾਉਣਗੇ ਉਹਨਾਂ ਨੂੰ ਤਾਂ ਜਿਹੜੇ ਬਚੇ ਹੋਏ ਦੀ ਆਪਣੇ ਆਪ ਵੈਲਿਊ ਵੱਧ ਜਾਣੀ ਹੈ, ਉਹਨਾਂ ਨੂੰ ਤਾਂ ਉਹਨਾਂ ਪੈਸਾ ਮਿਲ ਹੀ ਜਾਣਾ। ਪਰ ਕੰਟਰੀ ਦੇ ਸਾਹਮਣੇ ਜਦੋਂ ਸੰਕਟ ਖੜਾ ਹੋਊਗਾ ਤਾਂ ਸ਼ਾਇਦ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਨਾਲ ਖੜੀਆਂ ਹੋਣ। ਇੱਥੇ ਇੱਕ ਹੋਰ ਵੀ ਸੰਕਟ ਹੋਊਗਾ ਜਦੋਂ
ਇਹ ਪ੍ਰਤੀਸ਼ਤਤਾ ਕਿ ਇੰਨੇ % ਟੁੱਟਿਆ, ਇੰਨਾ ਖਰਾਬ ਹੋਇਆ, ਇੰਨਾ ਬਦਰੰਗ ਹੋਇਆ, ਉਹਦੇ ਵਿੱਚ ਬਹੁਤ ਮੰਡੀਆਂ 'ਚ ਰੌਲੇ ਪੈਣੇ, ਬੜੇ ਝੋਲ ਬਿਲਕੁਲ ਹੋਣੇ ਆ। ਪੈਣਗੇ, ਬਿਲਕੁਲ ਫਿਰ ਹੈ ਫਿਰ ਬਿਲਕੁਲ ਜਦੋਂ ਪੈਣਗੇ ਰੋਲ। ਇੰਸਪੈਕਟਰ ਤੋਂ ਲੈ ਕੇ ਆੜ੍ਹਤੀ ਤੱਕ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਿਸਾਨਾਂ ਦੇ ਝਗੜੇ ਹੋਣੇ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ। ਜਦੋਂ ਫੈਸਲਾ ਹੀ ਕਿਸੇ ਨੇ ਕਰਨਾ, ਕਿਸੇ ਦੇ ਹੱਥ ਵਿੱਚ ਆ ਵੀ ਤੇਰੀ ਕਿੰਨੀ ਟੁੱਟੀ ਹੈ, ਕਿੰਨੀ ਖਰਾਬ ਹੈ, ਕਿੰਨਾ ਦਾਣਾ ਠੀਕ ਹੈ, ਚੰਗਾ ਹੈ, ਮਾੜਾ ਹੈ, ਤੇ ਉੱਥੇ ਰਿਸ਼ਵਤ ਦਾ ਬੜਾ ਵੱਡਾ ਬੋਲਬਾਲਾ ਹੁੰਦਾ ਹੈ ਕਿ ਚੱਲ ਕੋਈ ਨਹੀਂ, ਏਦਾਂ ਕਰ ਲੈਣੇ, ਏਦਾਂ 1% ਨਾਲ 2% ਨਾਲ ਕਿੰਨਾ ਫਰਕ ਪੈਂਦਾ, ਉਹਦੇ 'ਚ ਪ੍ਰਤੀਸ਼ਤਤਾ ਫਿਰ ਮਿਥੀ ਜਾਂਦੀ ਹੈ। ਇਹ ਸਾਰੀਆਂ ਗੱਲਾਂ ਕਿਸਾਨੀ ਦੇ ਦੁੱਖ ਬੜੇ ਚੰਦਰੇ ਨੇ, ਇਹਨਾਂ ਦਾ ਕੋਈ ਪਾਰਾਵਾਰ ਨਹੀਂ। 2-3 ਮੁੱਦੇ ਰਹਿ ਗਏ ਆ, ਫਿਰ ਐਡਰੈਸ ਕਰਾਂਗੇ ਜੀ। ਬਹੁਤ ਮਿਹਰਬਾਨੀ। ਧੰਨਵਾਦ ਜੀ।